KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 27 ਮਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮਸ KRPA 1110 AM ਤੇ ਸੁਣੇ ਜਾ ਸਕਦੇ ਨੇ। स्टूडियो का नंबर है 6045929191 604 592 9191। स्वागत करते हैं डॉक्टर शिंदर पुरेवाल जी का। डॉक्टर साहब प्रोग्राम च तुहाडा स्वागत है जी। आदाब जी डॉक्टर साहब आदाब। ते खबरां दा सिलसिला शुरू करते हैं जी। जेकर आपां कैनेडा दी रिफ्यूजी इमीग्रेशन पॉलिसी ਦੀ ਗੱਲ ਕਰੀਏ ਤਾਂ ਇਸ ਵਿੱਚ ਸਾਨੂੰ ਭੇਦਭਾਵ ਦੇਖਣ ਨੂੰ ਮਿਲਦਾ, ਵਿਤਕਰਾ ਦੇਖਣ ਨੂੰ ਮਿਲਦਾ। 9 ਮਹੀਨੇ ਪਹਿਲਾਂ ਅਫਗਾਨਿਸਤਾਨ ਨੂੰ ਜ਼ਬਰਦਸਤੀ ਤਾਲਿਬਾਨ ਦੇ ਸ਼ਾਸਨ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਕੈਨੇਡਾ ਨੇ ਇਮੀਗ੍ਰੇਸ਼ਨ ਲਈ ਸਿਰਫ 13,000 ਅਫਗਾਨ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਨੂੰ ਹੀ ਮਨਜ਼ੂਰੀ ਦਿੱਤੀ। ਇਹਦੇ ਉਲਟ ਹੁਣ ਜਦੋਂ ਆਪਾਂ ਦੇਖਦੇ ਹਾਂ ਤਾਂ ਕੁਝ ਹਫ਼ਤਿਆਂ 'ਚ ਜਿਹੜੇ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀ ਹੈਗੇ ਆ ਉਹਨਾਂ ਨੂੰ ਇਹਨਾਂ ਨੇ ਧੜਾ ਧੜ ਵਿਦਆਊਟ ਫੋਲੋਇੰਗ ਲਾਈਕ ਸਮ ਰੂਲਸ ਜਿਹੜੇ ਦੂਸਰੇ ਫੋਲੋ ਕਰਦੇ ਆ ਅਫਗਾਨਿਸਤਾਨ ਤੋਂ ਆਉਣ ਵਾਲੇ, ਉਹਨਾਂ ਨੂੰ ਇਹਨਾਂ ਨੇ ਧੜਾ ਧੜ ਮਨਜ਼ੂਰੀਆਂ ਦਿੱਤੀਆਂ ਜਿਹੜੀਆਂ ਉਹਨਾਂ ਦੀਆਂ ਐਪਲੀਕੇਸ਼ਨ ਸੀ। ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਤੇ? ਮੈਂ ਅਜੇ ਮੰਡੇ ਹੀ ਖਬਰ ਪੜ੍ਹਦਾ CIC ਵਾਲਿਆਂ ਦੀ। ਇਹਨਾਂ ਨੇ 17 ਮਾਰਚ ਤੋਂ 18 ਮਈ ਤਾਈਂ ਯੂਕਰੇਨੀਅਨਸ ਲਈ 1,12,000 ਅਰਜ਼ੀਆਂ ਉਹਨਾਂ ਦੀਆਂ ਮਨਜ਼ੂਰ ਕਰਤੀਆਂ ਸੀ। ਮਤਲਬ ਮੇਰਾ ਖਿਆਲ ਹੁਣ ਤਾਈਂ ਉਹਨਾਂ ਦੀਆਂ 10 ਗੁਣਾ ਜ਼ਿਆਦਾ ਹੋ ਗਈਆਂ ਇਹਨਾਂ ਤੋਂ ਅਫਗਾਨਿਸਤਾਨ ਤੋਂ ਜੀ। 1962 ਦੇ ਵਿੱਚ ਇਹਨਾਂ ਨੇ ਕੱਢਿਆ ਸੀ ਕਿ ਯੂਰਪ ਜਿਹੜਾ ਰੇਸ਼ੀਅਲ ਕੋਟਾਸ ਹੁੰਦੇ ਸੀ ਨਾ, ਪਹਿਲਾਂ ਇਹਨਾਂ ਦੀ ਪਾਲਿਸੀ ਸੀ ਕਿ ਕੈਨੇਡਾ ਇਜ਼ ਵਾਈਟਸ ਫॉर ਵਾਈਟਸ ਓਨਲੀ। ਹਾਂਜੀ। ਤੇ ਉਹ ਦੇਖ ਲਓ 95 ਸਾਲ ਪਾਲਿਸੀ ਚੱਲੀ ਇਹਨਾਂ ਦੀ ਜੀ। ਕੋਸ਼ਿਸ਼ ਇਹ ਹੀ ਹੁੰਦੀ ਸੀ ਕਿ ਸਭ ਤੋਂ ਪਹਿਲਾਂ ਸੀ ਕਿ ਇੰਗਲੈਂਡ ਵਾਲੇ ਇੱਥੇ ਆਉਣ, ਵੈਸਟਰਨ ਯੂਰਪ ਆ ਜਾਣ, ਨਾਰਦਰਨ ਯੂਰਪ ਵਾਲੇ ਆ ਜਾਣ, ਫਿਰ ਹੌਲੀ ਹੌਲੀ ਸਾਊਦਰਨ ਯੂਰਪ ਜਦੋਂ ਉਹ ਖਤਮ ਹੋ ਗਏ, ਉਹ ਆਉਣੋਂ ਹਟ ਗਏ ਇੱਥੇ, ਫਿਰ ਸਾਊਦਰਨ ਯੂਰਪ ਦੇ ਵਿੱਚ ਜਿੱਦਾਂ ਇਟਲੀ, ਪੋਰਚੁਗਲ ਵਗੈਰਾ, ਸਪੇਨ ਵਾਲਿਆਂ ਨੂੰ ਲਿਆ। ਉਸ ਤੋਂ ਬਾਅਦ ਫਿਰ ਈਸਟਰਨ ਯੂਰਪ ਦੇ ਵਿੱਚ ਯੂਕਰੇਨੀਅਨਸ, ਪੋਲੈਂਡ ਵਾਲੇ, ਰਮੇਨੀਆ ਵਾਲੇ, ਬਲਗੇਰੀਆ ਵਾਲੇ। ਤੇ ਹੁਣ ਪਿੱਛੇ ਜੇ ਤੁਸੀਂ ਦੇਖੋ ਆਇਰਲੈਂਡ ਜਿਹੜਾ ਜਿਸ ਮੁਲਕ ਤੋਂ ਧੜਾ ਧੜ ਲੋਕੀ ਇੱਕ ਜ਼ਮਾਨੇ 'ਚ ਬਾਹਰ ਜਾਂਦੇ ਹੁੰਦੇ ਜਿੱਦਾਂ ਹੁਣ ਪੰਜਾਬ 'ਚੋਂ ਆਉਂਦੇ ਆ, ਹਾਂਜੀ, ਤੇ ਹੁਣ ਲੋਕੀ ਆਇਰਲੈਂਡ ਨੂੰ ਜਾਂਦੇ। ਹੋ ਸਕਦਾ ਕਿਸੇ ਜ਼ਮਾਨੇ ਦੇ ਵਿੱਚ ਸ਼ਾਇਦ ਪੰਜਾਬ ਨੂੰ ਵੀ ਵਾਪਸ ਜਾਣਗੇ, ਅਸੀਂ ਵੀ ਜੁੜਨਾ ਖਤਮ ਹੋ ਜਾਈਏ। ਤੇ ਉਹ ਯੂਰਪ ਤੋਂ ਲੋਕੀ ਆਉਂਦੇ ਨਹੀਂ ਹੁਣ ਇੱਥੇ। ਤੇ ਇਹਨਾਂ ਨੂੰ ਵਿਆਹ ਜਿੰਨਾ ਚਾਅ ਚੜ੍ਹ ਗਿਆ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਿ ਫਾਈਨਲੀ ਮਜਬੂਰਨ ਹੁਣ ਯੂਕਰੇਨੀਅਨ ਰਿਫਿਊਜੀਜ਼ ਨੂੰ ਇੱਥੇ ਆਉਣਾ ਪੈਂਦਾ ਹੈ। ਹਾਂਜੀ। ਲੜਾਈ ਉਹਨਾਂ ਦੇ ਪਾ ਰਹੇ ਆ, ਲਗਾਤਾਰ ਹੀ ਪਾ ਰਹੇ ਕਿ ਤਾਂ ਕਿ ਲੜਦੇ ਰਹਿਣ। ਔਰ ਇਵੈਂਚੁਅਲੀ ਇਹਨਾਂ ਨੂੰ ਲੋੜ ਹੈਗੀ ਆ ਆਬਾਦੀ ਦੀ, ਆਬਾਦੀ ਘਟ ਰਹੀ ਹੈ। ਹਾਂਜੀ। ਦੂਸਰਾ ਇਹਨਾਂ ਦੇ ਨਾਲ ਦੀ ਨਾਲ ਮਜ਼ਦੂਰ ਘਟ ਰਹੇ। ਹਾਂਜੀ। ਤੇ ਇਹ ਜਿਹੜੇ ਯੂਕਰੇਨੀਅਨਸ ਵੀ ਆਉਣਗੇ ਇੱਥੇ, ਉਹ ਪਹਿਲਾਂ ਤਾਂ ਉਹਨੂੰ ਪਹਿਲੀ ਜਨਰੇਸ਼ਨ ਨੂੰ ਤਾਂ ਇਹੀ ਪ੍ਰੋਬਲਮ ਹੁੰਦੀ ਕਿ ਅੰਗਰੇਜ਼ੀ ਸਿੱਖਣੀ ਹੈ ਜੀ। ਸੋ ਉਹਨਾਂ ਤੋਂ ਅੰਗਰੇਜ਼ੀ ਸਿੱਖਣ ਵਾਲਿਆਂ ਤੋਂ ਕੰਮ ਉਹੋ ਹੀ ਕਰਾਉਂਦੇ ਆ ਜਿਹੜੇ ਕੈਨੇਡੀਅਨਸ ਨਹੀਂ ਕਰਦੇ ਜੀ। ਬਿਲਕੁਲ। ਦੂਸਰੀ ਵੱਡੀ ਗੱਲ ਹੈ ਉਹਨਾਂ ਦਾ ਚਿੱਟੀ ਸਕਿਨ ਹੈ ਜੀ। ਅਫਗਾਨਿਸਤਾਨ ਦੇ ਵਿੱਚ ਉਹ ਲੋਕ ਆ ਜਿਨ੍ਹਾਂ ਨੇ ਐਕਚੁਅਲੀ ਇਹਨਾਂ ਦੀ ਮਦਦ ਕੀਤੀ ਸੀ। ਜਿਹੜੀਆਂ ਨੇਟੋ ਦੀਆਂ ਫੋਰਸਿਸ ਗਈਆਂ, ਕੈਨੇਡਾ ਦੀਆਂ ਫੋਰਸਿਸ ਗਈਆਂ, ਇਹਨਾਂ ਦੇ ਨਾਲ ਰਲ ਕੇ ਉਹਨਾਂ ਨੇ ਮਦਦ ਕੀਤੀ ਹੈ। ਉਹਨਾਂ ਨੇ ਐਪਲੀਕੇਸ਼ਨ ਕੀਤੀਆਂ। ਉਹਨਾਂ ਦੀਆਂ ਦੇਖ ਲਓ ਸਤੰਬਰ ਦੇ ਆਏ ਆ ਪਿਛਲੇ ਸਾਲ ਦੇ, ਸਤੰਬਰ ਤੋਂ ਲੈ ਕੇ ਅੱਜ ਤਾਈਂ ਸਿਰਫ 13,000 ਐਪਲੀਕੇਸ਼ਨ ਮਨਜ਼ੂਰ ਕੀਤੀਆਂ। ਹਾਂਜੀ। ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਮਦਦ ਕੀਤੀ ਹੈ। ਜਿਨ੍ਹਾਂ ਨੇ ਕੁਛ ਨਹੀਂ ਕੀਤਾ ਉਹਨਾਂ ਦਾ ਰੰਗ ਚਿੱਟਾ ਆ, ਉਹਨਾਂ ਦੀਆਂ 1,12,000 ਹੁਣ ਤੱਕ ਕਰ ਚੁੱਕੇ ਸੀ। ਹਾਂਜੀ। ਤਾਂ ਉਦੋਂ ਬਾਅਦ ਮੈਂ ਮੰਡੇ ਦੀ ਗੱਲ ਕਰਦਾ, ਮੰਡੇ ਤੋਂ ਬਾਅਦ ਕਿੰਨੇ ਦਿਨ, 5 ਦਿਨ ਹੋ ਗਏ। ਹਾਂਜੀ। ਤੇ ਤਕਰੀਬਨ ਇਹ 2,000 ਐਪਲੀਕੇਸ਼ਨ ਉਹਨਾਂ ਦੀ ਇੱਕ ਦਿਨ ਦੀ ਕਰ ਦਿੰਦੇ ਜੀ। ਹੋਰ ਕਿਸੇ ਤੇ ਏਦਾਂ ਲਗਨ ਨਾਲ ਕੰਮ ਨਹੀਂ ਕਰਦੇ ਜਿੰਨੇ ਚਿੱਟੇ ਲੋਕਾਂ ਦੇ ਕੰਮ ਕਰਦੇ ਆ ਜੀ। ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ। ਈਵਨ ਜਿਹੜੇ ਇਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਉਹ ਵੀ ਅਲੱਗ-ਅਲੱਗ ਨੇ। ਸਾਰੇ ਸਿੱਕੇ ਦੇ ਟੰਗ ਦਿੰਦੇ ਆ ਸਿਰਫ ਰੰਗ ਦੇਖ ਕੇ। ਹਾਂਜੀ। ਤੇ ਉਹ ਜਿਹੜੇ 95 ਸਾਲ ਲੱਗੇ ਇਹਨਾਂ ਨੂੰ ਰੇਸ਼ੀਅਲ ਕੋਟਾ ਖਤਮ ਕਰਨ ਲਈ ਇਮੀਗ੍ਰੇਸ਼ਨ ਦੇ ਲਾਅ ਚੋਂ,
ਤੇ 95 ਸਾਲ ਹੀ ਲੱਗਣੇ ਆ ਹੁਣ ਦਿਮਾਗ ਚੋਂ ਕੱਢਣ ਨੂੰ। ਜੀ ਬਿਲਕੁਲ। ਤੇ ਸਾਡੀ ਉਮਰ ਤਾਂ ਵੈਸੇ ਜਾਂਦੀ ਲੱਗਣੀ ਹੈ ਨਾ ਇੱਥੇ ਗੁਲਾਮੀ ਦੇ ਵਿੱਚ। ਇੱਥੇ ਆ ਕੇ ਜਿਹੜੇ ਹੈਰੀ ਬਣੇ ਬੈਠੇ ਆ ਨਾ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਆਏ ਆ ਇੱਥੇ ਗੁਲਾਮ ਬਣ ਕੇ, ਅਸੀਂ ਆਪਣੇ ਖੁਸ਼ੀ ਨਾਲ ਨਹੀਂ ਆਏ ਇੱਥੇ। ਅਸੀਂ ਆਏ ਕਿਉਂਕਿ ਪੰਜਾਬ ਨੇ ਸਾਨੂੰ ਧੱਕਿਆ ਉੱਥੋਂ, ਨਹੀਂ ਤਾਂ ਪੰਜਾਬ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ, ਆਪਣਾ ਘਰ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ। ਕੁਝ ਸਾਬਕਾ ਫੌਜੀਆਂ ਦਾ ਕਹਿਣਾ ਕਿ ਜਿਹੜੀ ਕੈਨੇਡੀਅਨ ਮਿਲਟਰੀ ਹੈ ਸੈਕਸ਼ੂਅਲ ਮਿਸਕੰਡਕਟ ਦੇ ਇਸ਼ੂਜ਼ ਨੂੰ PR ਪ੍ਰੋਬਲਮ ਦੇ ਤਹਿਤ ਦੇਖਦੀ ਆ। ਕੈਨੇਡੀਅਨ ਫੋਰਸਿਸ ਦੇ ਕੁਝ ਮੈਂਬਰਸ ਨੇ ਅਜਿਹੇ ਦੁਰਵਿਵਹਾਰ ਦੀ ਜਾਂਚ ਕਰਨ ਵਾਲੇ ਇੱਕ ਸਾਬਕਾ ਜੱਜ ਨੂੰ ਦੱਸਿਆ ਕਿ ਸੈਕਸ਼ੂਅਲ ਮਿਸਕੰਡਕਟ ਨੂੰ ਇੱਕ ਗੰਭੀਰ ਸਮੱਸਿਆ ਦੀ ਬਜਾਏ ਨੈਗੇਟਿਵ ਮੀਡੀਆ ਕਵਰੇਜ ਤੋਂ ਬਚਣ ਲਈ ਜਾਤਕ ਸਬੰਧਾਂ ਦੇ ਮੁੱਦੇ ਵਜੋਂ ਸਮਝਿਆ ਜਾਂਦਾ। ਇਹ ਵੈਸੇ ਅੱਜ ਕੱਲ੍ਹ ਦੀਆਂ ਇੱਕ ਸਰਕਾਰ ਨਹੀਂ ਹੈ, ਚਾਹੇ ਉਹ ਪ੍ਰੋਵਿੰਸ਼ੀਅਲ ਹੈ, ਫੈਡਰਲ ਆ, ਕੈਨੇਡਾ ਦੇ ਵਿੱਚ ਆ, US ਦੇ ਵਿੱਚ ਆ, ਇੰਡੀਆ 'ਚ, ਪੰਜਾਬ 'ਚ। PR ਪਬਲਿਕ ਰਿਲੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਹਰ ਇੱਕ ਸਰਕਾਰ ਦੀ ਇਹ ਹੈ ਕਿ ਜੇ ਉਹਨਾਂ ਦੇ ਜਿੱਦਾਂ ਸਰੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਨਾ ਕਿ ਇਹਨਾਂ ਦੇ ਹਸਪਤਾਲ 'ਚ ਕੁਝ ਹੋ ਗਿਆ, ਹਸਪਤਾਲ 'ਚ ਮੈਟਰਨਿਟੀ ਵਾਰਡ 'ਚ ਗਈ ਲੜਕੀ, ਇੱਕ ਉਹਨੂੰ ਵਾਪਸ ਭੇਜਤਾ, ਉਹ ਵਿਚਾਰੀ ਉਹਨਾਂ ਦੇ ਪਾਰਕਿੰਗ ਲੋਟ ਦੇ ਵਿੱਚ ਹੀ ਬਚਤ ਜੰਮਿਆ ਜੀ। ਹੁਣ ਇਹ ਇਸ਼ੂ ਹੈਗੀ ਆ ਜਿਹੜੀ ਕਿ ਏਡਰੀਅਨ ਡਿਕਸ ਨੂੰ ਦਿਮਾਗ ਨਾਲ ਸੋਚਣ ਦੀ ਗੱਲ ਹੈ, ਕਿਉਂਕਿ ਇੱਕ ਨਹੀਂ ਹੈ ਜਿਹਦਾ ਪੈਟਰਨ ਬਣ ਜਾਂਦਾ ਨਾ ਕਿ ਇੱਕ ਇੱਥੇ ਮੈਂ ਹੁਣੇ ਪਿਛਲੇ ਹਫ਼ਤੇ ਮੈਨੂੰ ਦੱਸਿਆ ਮੁੰਡੇ ਨੂੰ ਸਟ੍ਰੋਕ ਹੋਇਆ ਸੀ, ਜਿਹਨੂੰ ਅਧਰੰਗ ਕਹਿੰਦੇ ਸੀ। ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਉਹਨੂੰ ਵਾਪਸ ਭੇਜਤਾ ਵੀ ਤੈਨੂੰ ਕੁਝ ਨਹੀਂ ਹੋਇਆ। ਅੱਛਾ, ਉਹਨੂੰ ਹੋ ਰਿਹਾ ਸੀ, ਜਿਹੜਾ ਸਟ੍ਰੋਕ ਹੋਇਆ ਸੀ ਉਹ ਉਹਨਾਂ ਚਿਰ ਤੁਹਾਡੇ ਖੂਨ ਨਹੀਂ ਜਾਂਦਾ ਦਿਮਾਗ ਨੂੰ ਜਿੰਨਾ ਚਿਰ ਉਹ ਚੱਲ ਰਿਹਾ ਸਟ੍ਰੋਕ। ਉਹਦੇ ਕਲੌਟਸ ਤੋੜਨ ਲਈ ਤੁਹਾਨੂੰ ਦਵਾਈ ਦੇਣੀ ਪੈਂਦੀ ਹੈ। ਇਹਨਾਂ ਦੇ ਕੋਲ ਪਾਵਰਫੁਲ ਦਵਾਈ ਹੁੰਦੀ ਹੈ, ਉਹ ਘਰ ਲੈ ਆਂਦਾ, ਉਹ ਫਿਰ ਉਦਾਂ ਹੀ ਵਿਚਾਰੇ ਤੋਂ ਬੋਲ ਨਹੀਂ ਹੁੰਦਾ, ਉਹ ਤੋਂ ਖੜਾ ਨਹੀਂ ਹੁੰਦਾ, ਉਹ ਫਿਰ ਮੁੜ ਕੇ ਹੋਰ ਹਸਪਤਾਲ ਲੈ ਕੇ ਚੱਲ ਗਏ ਤੇ ਫਿਰ ਉਹਨਾਂ ਨੇ ਦਾਖਲ ਕੀਤਾ। ਇਹਦਾ ਮਤਲਬ ਪੈਟਰਨ ਹੈ ਇੱਥੇ ਇੱਕ ਕਿ ਪੈਟਰਨ ਇਦਾਂ ਦਾ ਬਣਿਆ ਕਿ ਹਸਪਤਾਲ ਦੇ ਡੋਂਟ ਕੇਅਰ, ਕੁਝ ਹੋ ਰਿਹਾ ਇੱਥੇ, ਮਤਲਬ ਸਕੂਲਾਂ ਦੇ ਵਿੱਚ ਹੋ ਰਿਹਾ, ਹਸਪਤਾਲਾਂ 'ਚ ਹੋ ਰਿਹਾ। ਹੁਣ ਪਤਾ ਕਰਨ ਲੱਗੇ ਪਾਸਪੋਰਟ ਨਹੀਂ ਬਣਦੇ, ਬੜੀ ਲੰਬੀ ਲਾਈਨ ਹੈ। ਹਰ ਇੱਕ ਡਿਪਾਰਟਮੈਂਟ ਨੇ PR ਇੰਨੇ ਰੱਖੇ ਹੋਏ ਨੇ ਔਰ ਇਹਨਾਂ ਨੇ ਉਹ ਨਹੀਂ ਕੋਸ਼ਿਸ਼ ਕਰਨੀ ਕਿ ਇਹਦੇ ਵਿੱਚ ਅਸੀਂ ਸੁਧਾਰ ਲਿਆਈਏ ਜੀ। ਉਹਨੂੰ ਫਿਰ ਸਪਿਨ ਦਿੰਦੇ ਆ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ ਮੀਡੀਆ ਨੂੰ ਕਿੱਦਾਂ ਹੈਂਡਲ ਕਰਨਾ। ਹਾਂਜੀ, ਹਰ ਇੱਕ ਜਿਹੜੀ ਡਿਫੈਂਸ ਦੀ ਇਹ ਗੱਲ ਕੀਤੀ ਉਹਨਾਂ ਨੇ, ਇਹ ਇੱਕ ਮਰਦਾਂ ਦੀ ਆਰਗੇਨਾਈਜੇਸ਼ਨ ਹੁੰਦੀ ਸੀ, ਪਹਿਲਾਂ ਕੋਈ ਔਰਤ ਨਹੀਂ ਹੁੰਦੀ ਸੀ। ਹੁਣ ਕੈਨੇਡਾ ਦੀ ਜਿਹੜੀ ਮਿਲਟਰੀ ਹੈ ਇਹਦੇ ਵਿੱਚ ਔਰਤਾਂ ਵੀ ਆਉਂਦੀਆਂ, ਉਹਨਾਂ ਦੇ ਇੱਕ ਕਲਚਰ ਬਣ ਚੁੱਕਾ ਹੈ ਤੇ ਜਿਹਨੂੰ ਖਤਮ ਕਰਨ ਦੀ ਲੋੜ ਹੈ। ਹਾਂਜੀ, ਤੇ ਉਹ ਕਲਚਰ ਜਿਹੜਾ ਉਹ ਵਿਮਨ ਨੂੰ ਇੱਕ ਆਬਜੈਕਟ ਦੇ ਤੌਰ ਤੇ ਸਮਝਦਾ। ਹੁਣ ਜਦੋਂ ਵੀ ਕਦੇ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਇਹਨਾਂ ਦੇ ਵਿੱਚ ਮਿਲਟਰੀ ਦੇ ਵਿੱਚ, ਇਹ ਉਹਨੂੰ ਹੈਂਡਲ ਕਰਨ ਲਈ PR ਵਾਲੇ ਬੰਦੇ ਲਾਉਂਦੇ ਆ। ਇਹ ਨਹੀਂ ਦੇਖਦੇ ਕਿ ਇਹਦਾ ਸੋਲੂਸ਼ਨ ਕੀ ਆ, ਲੌਂਗ ਟਰਮ ਸੋਲੂਸ਼ਨ ਕੀ ਆ। ਇਹ ਦੇਖਦੇ ਕਿ ਮੀਡੀਆ ਦੇ ਵਿੱਚ ਹੁਣ ਕਿੱਦਾਂ ਇਹਨਾਂ ਡੀਲ ਕੀਤਾ ਜਾਵੇ। ਸਭ ਤੋਂ ਪਹਿਲਾਂ ਗੱਲ ਜਿਹੜੀ ਆ ਮੰਤਰੀ ਔਰ ਬਿਊਰੋਕਰੇਟਸ ਸਭ ਤੋਂ ਪਹਿਲਾਂ ਇਹ ਗੱਲ ਪੁੱਛਣਗੇ ਕਿ ਮੀਡੀਆ ਨੂੰ ਤੁਸੀਂ ਹੈਂਡਲ ਕਰ ਲਿਆ, ਤੁਸੀਂ ਮੀਡੀਆ ਦੀ ਇਨਕੁਆਇਰੀ ਤਾਂ ਨਹੀਂ ਸ਼ੁਰੂ ਹੋਈ ਜੀ, ਕਿਉਂਕਿ ਇਹ ਪੁੱਛਦੇ ਆ। ਸਾਡੇ ਤਾਂ ਉੱਥੇ ਪੰਜਾਬ 'ਚ ਤਾਂ ਉਹ ਖਤਮ ਹੀ ਆ, ਉਹ ਪੱਤਰਕਾਰ ਕੋਲ ਪੁੱਛਦੇ ਹੀ ਨਹੀਂ। ਪੱਤਰਕਾਰ ਇਦਾਂ ਬਣੇ ਆ ਜਿੱਦਾਂ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਹੁੰਦੇ। ਹਾਂਜੀ, ਉਹਨਾਂ ਤੋਂ ਡਰੇ ਹੀ ਨਹੀਂ ਹੈ। ਇੱਥੇ ਡਰ ਹੈਗਾ ਅਜੇ। ਹਾਂਜੀ, ਕਿਉਂਕਿ ਮੀਡੀਆ ਵਾਲੇ ਪੁੱਛਦੇ ਆ। ਸੋ ਇਹ ਇੱਕ ਡਿਪਾਰਟਮੈਂਟ ਦੀ ਗੱਲ ਨਹੀਂ ਹੈ, ਇਹ ਸਾਰਿਆਂ ਦੀ ਆ, ਸਾਰੀਆਂ ਸਰਕਾਰਾਂ ਦੀ ਆ। ਜਿੰਨੀਆਂ ਮਰਜ਼ੀ ਸਟੱਡੀਜ਼ ਦੇਖ ਲਓ, ਉਹ ਇਹੀ ਕਹਿੰਦੇ ਕਿ PR ਵਾਲਿਆਂ ਨੂੰ ਮੋਹਰੇ ਲਾਉਂਦੇ ਉਦੋਂ ਹੀ ਇੱਕਦਮ ਚੱਕ ਕੇ PR ਵਾਲਿਆਂ ਨੂੰ ਕਿ ਤੁਸੀਂ ਹੁਣ ਇੱਕ ਤਰੀਕਾ ਲੱਭੋ ਜੇ ਨਾ ਮੀਡੀਆ ਹੈਂਡਲ ਕਰ ਰਹੀ ਹੈ। ਡੈਮੇਜ ਕੰਟਰੋਲ ਕਰਨਾ ਹੈ, ਸ਼ਬਦ ਉਦਾਂ ਦੇ ਵਰਤੋ। ਹਾਂਜੀ, ਲੋਕਾਂ ਨੂੰ ਸ਼ਾਂਤ ਕਰੋ। ਇਹਨਾਂ ਦਾ ਇਹ ਮਤਲਬ ਨਹੀਂ ਹੁੰਦਾ ਕਿ ਅਸੀਂ ਸੋਲੂਸ਼ਨ ਲੱਭੀਏ, ਉਹਦਾ ਕੋਈ ਹੱਲ ਲੱਭੀਏ। ਹਾਂਜੀ, ਹੱਲ ਤਾਂ ਹੀ ਲੱਭਣਗੇ ਜੇ ਉਹਦੇ ਵੱਲ ਧਿਆਨ ਦੇਣਗੇ। ਜੇ ਇਸੇ ਗੱਲ ਵੱਲ ਧਿਆਨ ਆ ਕਿ ਇਹਨੂੰ ਦਬਾਉਣਾ ਕਿੱਦਾਂ, ਜਿੱਦਾਂ ਆਪਣੇ ਹੁੰਦਾ ਨਾ ਗੰਦ ਪਿਆ ਆ ਉੱਤੇ ਚਾਦਰ ਕਿੱਦਾਂ ਪਾਉਣੀ ਹੈ। ਹਾਂਜੀ, ਇਹਨਾਂ ਦੇ ਕੋਲ ਚਾਦਰ ਪਾਉਣ ਵਾਲੇ ਬਹੁਤ ਆ ਜੀ। ਥੱਲੇ ਪੂਰੇ ਦਾ ਪੂਰਾ ਗੰਦ ਹੈ,
ਉੱਤੇ ਚਾਦਰਾਂ ਚਿੱਟੀਆਂ ਪਾਉਂਦੇ ਆ। ਹਾਂਜੀ। PR ਵਾਲਿਆਂ ਦਾ ਕੰਮ ਇੰਨਾ ਹੀ ਹੈ ਵੀ ਚਿੱਟੀ ਚਾਦਰ ਲਿਆ ਕੇ, ਚਿੱਟੀ ਚਾਦਰ ਤਾਂ ਉਹਦੇ ਵਿੱਚੋਂ ਮਹਿਕ ਆਉਂਦਾ ਹੈ, ਤਾਂ ਉਹਨੂੰ ਮਾੜਾ ਜਿਹਾ ਚੱਕ ਕੇ ਥੱਲੇ ਦੇਖੋ ਤਾਂ ਗੋਹਾ ਪਿਆ ਹੁੰਦਾ ਜੀ। ਇਹ ਕੋਈ ਸੋਲੂਸ਼ਨ ਨਹੀਂ ਹੈ। ਇਹ ਗੱਲ ਵਧੀਆ ਕੀਤੀ ਹੈ, ਕਈ ਸੋਲਜਰਸ ਨੇ ਕਿਹਾ, ਕਈਆਂ ਨੇ ਆਫਿਸਰਸ ਨੇ ਵੀ ਕਿਹਾ ਕਿ ਜੇ ਅਸੀਂ ਇਸੇ ਤਰ੍ਹਾਂ ਡੀਲ ਕਰਦੇ ਰਹੇ ਨਾ ਕਿ PR ਦੀ ਪ੍ਰੋਬਲਮ ਆ, ਤਾਂ ਫੇਰ ਨਹੀਂ ਅਸੀਂ ਹੱਲ ਲੱਭ ਸਕਦੇ। ਇਹਦਾ ਕੋਈ ਵੀ ਹੱਲ ਇਹਦਾ ਤਾਂ ਹੀ ਲੱਭਾਂਗੇ ਜੇ ਇਹਨੂੰ ਅਸੀਂ ਪਹਿਲਾਂ ਇੱਕ ਪ੍ਰੋਬਲਮ ਦੇ ਤੌਰ ਤੇ ਦੇਖੀਏ ਜੀ ਕਿ ਇਹ ਇੱਕ ਸਾਡੇ ਲਈ ਮਸਲਾ ਆ। ਹਾਂਜੀ। ਤੇ ਜੇ ਮਸਲਾ ਤੁਸੀਂ ਦੇਖਣਾ ਕਿ ਸਿਰਫ ਇਹ ਹੀ ਹੈ ਕਿ CBC ਦੇ ਕੋਲ ਕੀ ਕਹਿਣਾ, CTV ਕੋਲ ਕੀ ਕਹਿਣਾ, ਗਲੋਬਲ ਵਾਲਿਆਂ ਦੇ ਕੋਲ ਕੀ ਕਹਿਣਾ, ਜਦੋਂ ਇਹ ਗੱਲ ਦੇਖਦੇ ਰਹਿੰਦੇ ਪੋਲੀਟੀਸ਼ੀਅਨ, ਸਾਰੇ ਬਿਊਰੋਕਰੈਟਸ ਵੀ ਇਦਾਂ ਹੀ ਦੇਖਦੇ ਆ ਕਿ ਇਹ ਖਬਰ ਇੱਕ ਪੜ੍ਹਾਉਂਦੇ ਹੁੰਦੇ ਨਾ PR ਦੇ ਵਿੱਚ ਕਿ ਇੱਕ ਖਬਰ ਸਦਾ ਹੀ ਨਹੀਂ ਚੱਲਦੀ ਹੁੰਦੀ। ਹਾਂਜੀ। ਇੱਕ ਦਿਨ ਚੱਲ ਜਾਊਗੀ, 2 ਦਿਨ ਚੱਲ ਜਾਊਗੀ, ਕੈਨੇਡਾ ਦੇ ਵਿੱਚ 3 ਦਿਨ ਚੱਲ ਜਾਊਗੀ, ਚੌਥੇ ਦਿਨ ਕੋਈ ਹੋਰ ਆ ਜਾਂਦਾ ਗਾ। ਹਾਂਜੀ। ਤੇ ਫਿਰ ਉਹ ਖੁਸ਼ ਹੋ ਜਾਂਦੇ, ਚੱਲ ਇਹਦੇ ਤੋਂ ਧਿਆਨ ਲੋਕਾਂ ਦਾ ਹਟ ਗਿਆ। ਉਹਨਾਂ ਦਾ ਪੂਰਾ ਜ਼ੋਰ ਨਾ ਆਪਣਾ ਅਕਸ ਬਚਾਉਣ ਵੱਲ ਲੱਗਿਆ ਹੁੰਦਾ। ਬਸ ਇਹੀ ਆ, ਇਸੇ ਕਰਕੇ ਚਾਦਰ ਪਾਉਣ ਤਾਂ ਹੀ ਆ ਬਸ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਜਿਹੜਾ ਮੁੱਦਾ ਹੁੰਦਾ ਹੁਣ ਜਿਵੇਂ ਆਹ ਮਿਲਟਰੀ ਦੇ ਵਿੱਚ ਸੈਕਸ਼ੂਅਲ ਮਿਸਕੰਡਕਟ ਦੇ ਜਿਹੜੇ ਇਸ਼ੂਜ਼ ਹੈਗੇ ਕਿੰਨੇ ਜ਼ਿਆਦਾ ਗੰਭੀਰ ਨੇ, ਉਹ ਇਸ ਕਰਕੇ ਹੀ ਉਹ ਚੱਲੀ ਜਾਂਦੇ ਆ ਕਿਉਂਕਿ ਉਹਦੇ ਨਾਲ ਉਹਨੂੰ ਮਸਲਾ ਨਹੀਂ ਸਮਝਦੇ ਤੇ ਉਹਦੇ ਲਈ ਹੱਲ ਨਹੀਂ ਲੱਭਦੇ। ਹਾਂਜੀ। ਇਹ ਬਿਲਕੁਲ ਵਕਤੀ ਤੌਰ ਤੇ ਲੱਭਦੇ ਆ। ਜੇ ਤੁਹਾਨੂੰ ਜਿੱਦਾਂ ਤੁਹਾਨੂੰ ਖੰਘ ਆ ਰਹੀ ਹੈ ਨਾ, ਖੰਘ ਨੂੰ ਕਿੱਦਾਂ ਦਬਾਇਆ ਜਾ ਸਕਦਾ, ਇਹ ਨਹੀਂ ਸੋਚਦੇ ਕਿ ਖੰਘ ਦੇ ਕਿਉਂ ਆ ਰਹੀ ਆ। ਹਾਂਜੀ। ਉਹਦੇ ਹੋ ਸਕਦਾ ਤੁਹਾਨੂੰ ਕੋਈ ਬਿਮਾਰੀ ਹੋਵੇ ਜਿਹਦੇ ਨਾਲ ਡੀਲ ਕਰਨਾ ਪਵੇ। ਜੀ ਜੀ। ਇਹੀ ਦੱਸਣਗੇ ਵੀ ਥੋੜਾ ਜਿਹਾ ਸ਼ਹਿਦ ਖਾ ਲਾ। ਹਾਂਜੀ ਹਾਂਜੀ। ਸਾਨੂੰ ਤਾਂ ਇਹੀ ਕਹਿੰਦੇ ਨੇ ਵੀ ਸ਼ਹਿਦ ਖਾ ਲਾ ਥੋੜਾ ਜਿਹਾ। ਹਾਂਜੀ, ਘਰੇਲੂ ਉਪਾਅ। ਉਹਦੇ ਨਾਲ ਉਹ PR ਆ ਜੀ, ਏਦਾਂ ਹੋਵੇ ਵੀ ਬੈਠਾ ਬੁੜਾ ਖੰਘੇ ਨਾ। ਹਾਂਜੀ ਹਾਂਜੀ। ਡਾਕਟਰ ਸਾਹਿਬ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੇ ਇੱਕ ਹਾਈ ਪ੍ਰੋਫਾਈਲ ਐਡਵਾਈਜ਼ਰ ਹੈਗੇ ਆ, ਉਹਨਾਂ ਨੇ ਪੱਛਮੀ ਦੇਸ਼ਾਂ ਦੀ ਜੰਮ ਕੇ ਆਲੋਚਨਾ ਕੀਤੀ ਤੇ ਉਹਨਾਂ ਦੀ ਆਲੋਚਨਾ ਕਰਦੇ ਵਕਤ ਬਹੁਤ ਹੀ ਸਖਤ ਸ਼ਬਦਾਂ ਦੀ ਵਰਤੋਂ ਕੀਤੀ ਤੇ ਇਸ ਦੇ ਨਾਲ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਆ। ਕੀ ਕਹਿਣਾ ਚਾਹੋਗੇ? ਜੇ ਉਹਨਾਂ ਦੀ ਪੂਰੀ ਖਬਰ ਦੇਖਦੇ ਆ ਅਸੀਂ, ਉਹ ਗੱਲਾਂ ਕਰ ਨਹੀਂ ਸਕਦੇ। ਇੰਨੀਆਂ ਗਾਲਾਂ ਕੱਢੀਆਂ ਉਹਨਾਂ ਨੇ। ਹਾਂਜੀ। ਪੰਜਾਬੀ ਚ ਨਹੀਂ ਕਹਿੰਦੇ ਹੁੰਦੇ, ਗਾਲਾਂ ਕੱਢਦੇ ਆ ਜੀ, ਉਹ ਕੱਢੀਆਂ ਉਹਨਾਂ ਨੇ। ਉਹ ਇਸ਼ੂ ਕੀ ਬਣੀ ਕਿ ਹੈਨਰੀ ਕਿਸਿੰਜਰ ਜਿਹੜੇ ਇੱਥੇ ਵਿਦੇਸ਼ ਮੰਤਰੀ ਹੁੰਦੇ ਸੀ US ਦੇ ਇੱਕ ਜ਼ਮਾਨੇ ਦੇ ਵਿੱਚ, ਉਹ ਹੁਣ ਥਿੰਕ ਟੈਂਕਸ ਦੇ ਨਾਲ, ਕਈਆਂ ਦੇ ਨਾਲ ਆ। ਥਿੰਕ ਟੈਂਕਸ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਇੰਸਟੀਚਿਊਟ ਬਣਾਈ ਆ, ਯੂਨੀਵਰਸਿਟੀ ਨੇ ਬਣਾਈ ਆ ਜਾਂ ਬਾਹਰ ਬਣਾਈ ਆ, ਉਹਦੇ ਵਿੱਚ ਪੁਰਾਣੇ ਮੰਤਰੀ, ਪੁਰਾਣੇ ਅਫਸਰ, ਕੋਈ ਪ੍ਰੋਫੈਸਰ ਜਿਹੜੇ ਉਸ ਚੀਜ਼ ਨੂੰ ਸਟੱਡੀ ਕਰਦੇ ਆ, ਜਰਨੈਲ ਰਹਿ ਚੁੱਕੇ ਆ, ਉਹ ਤਰ੍ਹਾਂ ਤਰ੍ਹਾਂ ਦੇ ਬੰਦੇ ਇਹਨਾਂ ਦੇ ਵਿੱਚ ਥਿੰਕ ਟੈਂਕ ਦੇ ਵਿੱਚ ਸ਼ਾਮਲ ਹੁੰਦੇ ਆ। US ਦੇ ਵਿੱਚ ਕੋਈ 2200 ਥਿੰਕ ਟੈਂਕਸ ਆ। ਉਹ ਸਾਰੇ ਵਿਦੇਸ਼ ਨੀਤੀ ਨਾਲ ਨਹੀਂ ਸੰਬੰਧਿਤ, ਕੋਈ এনवायरमेंट ਪਾਲਿਸੀ ਸਟੱਡੀ ਕਰਦਾ, ਕੋਈ ਹੈਲਥ ਕੇਅਰ ਨੂੰ ਸਟੱਡੀ ਕਰਦਾ, ਕੋਈ ਐਜੂਕੇਸ਼ਨ ਨੂੰ ਸਟੱਡੀ ਕਰਦਾ, ਕੋਈ ਫੋਰਨ ਪਾਲਿਸੀ ਨੂੰ ਕਰਦਾ, ਕੋਈ ਹੋਮਲੈਂਡ ਸਿਕਿਉਰਿਟੀ ਨੂੰ ਕਰਦਾ। ਤੇ ਇਹਨਾਂ ਦਾ ਪ੍ਰਭਾਵ ਵੈਸੇ ਸਰਕਾਰ ਤੇ ਬਹੁਤ ਪੈਂਦਾ। ਸਰਕਾਰ ਵਾਲੇ ਖੁਦ ਪੁੱਛਦੇ ਆ ਹਮੇਸ਼ਾ। ਬਾਈਡਨ ਇਕੱਲਾ ਹੀ ਨਹੀਂ ਫੈਸਲੇ ਲੈਂਦਾ, ਉਹ ਆਪਣੀ ਟੀਮ ਨੂੰ ਕਹਿੰਦਾ ਕਿ ਚਲੋ ਤੁਸੀਂ ਇਹਨਾਂ ਨੂੰ ਪੁੱਛੋ, ਥਿੰਕ ਟੈਂਕਸ ਵਾਲਿਆਂ ਨੂੰ, ਉਹ ਵੀ ਆ ਕੇ ਦਿੰਦੇ ਆ, ਆਪਣੀ ਰਾਏ ਦਿੰਦੇ ਆ। ਤੇ ਹੈਨਰੀ ਕਿਸਿੰਜਰ ਇੱਕ ਵਿਦੇਸ਼ ਮੰਤਰੀ ਰਿਹਾ, ਜੋ ਕਿ ਇਸ ਕਰਕੇ ਉਹਨਾਂ ਦੀ ਇੰਪੋਰਟੈਂਸ ਬਹੁਤ ਹੈ। ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਉੱਥੇ ਯੂਰਪ ਦੇ ਵਿੱਚ, ਉਹਨਾਂ ਦੇ ਜਿਹੜੀ ਥਿੰਕ ਟੈਂਕ ਦੇ ਨਾਲ ਇਸ ਵੇਲੇ ਕੰਮ ਕਰਦੇ ਆ, ਉਹਨਾਂ ਨੇ ਉਹਨੂੰ ਬੁਲਾਰੇ ਦੇ ਤੌਰ ਤੇ ਭੇਜਿਆ ਸੀ। ਤਾਂ ਉਹਨਾਂ ਨੇ ਇੱਕ ਕੰਟਰੋਵਰਸੀ ਸ਼ੁਰੂ ਕਰਤੀ ਉੱਥੇ ਨਵੀਂ। ਉਹ ਕਹਿੰਦੇ ਕਿ ਪਹਿਲਾਂ ਉਹਨਾਂ ਨੇ ਕਿਹਾ ਸੀ, ਹੈਨਰੀ ਕਿਸਿੰਜਰ ਨੇ, ਕਿ ਯੂਕਰੇਨ ਵਾਲਿਆਂ ਨੂੰ ਕਹਿੰਦੇ ਸੀ ਰਸ਼ੀਆ ਵਾਲਿਆਂ ਵੀ ਤੁਸੀਂ ਨੇਟੋ ਦੀ ਮੈਂਬਰਸ਼ਿਪ ਜਿਹੜੀ ਐਪਲੀਕੇਸ਼ਨ ਲਈ ਦਿੱਤੀ ਆ ਉਹ ਵਾਪਸ ਲੈ ਲਓ। ਹਾਂਜੀ। ਅਸੀਂ ਇਹ ਟੋਲਰੇਟ ਨਹੀਂ ਕਰ ਸਕਦੇ। ਹੁਣ ਤੁਸੀਂ ਕਹਿੰਦੇ ਆ ਜਿਹੜੀ ਗੱਲ ਉਹ ਪਹਿਲਾਂ ਕਹਿੰਦੇ ਸੀ, ਤੁਸੀਂ ਹੁਣ ਬੰਦੇ ਮਰਾ ਕੇ ਵੀ ਉਹੀ ਗੱਲ ਕਹਿੰਦੇ ਜੀ। ਤੁਸੀਂ ਕਹਿੰਦੇ ਕਿ ਅਸੀਂ ਨੇਟੋ ਦੇ ਮੈਂਬਰ ਨਹੀਂ ਬਣਨਾ। ਹੁਣ ਉਹਨਾਂ ਨੇ 2-3 ਗੱਲਾਂ ਹੋਰ ਐਡ ਕਰ ਦਿੱਤੀਆਂ ਪੁਟਿਨ। ਉਹ ਕਹਿੰਦੇ ਕਿ ਡੰਬਾਸ ਜਿਹੜਾ ਰੀਜਨ ਆ ਉਹ ਰਸ਼ੀਆ ਨੂੰ ਦਿਓ। ਦੂਸਰਾ ਕ੍ਰਾਈਮੀਆ ਜਿਹੜਾ ਆ ਉਹ ਤਾਂ ਸਾਡਾ ਹੀ ਆ, ਵੈਸੇ ਹੀ ਅਸੀਂ ਲੈ ਲਿਆ, ਪਰ ਉਹ ਤੁਸੀਂ ਪੇਪਰਾਂ ਦੇ ਵਿੱਚ ਵੀ ਲਿਖ ਕੇ ਦਿਓ, ਅਸੀਂ ਤੁਹਾਨੂੰ ਦਿੱਤਾ ਸੀ, ਅਸੀਂ ਵਾਪਸ ਲੈਣਾ, ਤੁਸੀਂ ਉਹ ਐਕਨੋਲਜ ਕਰੋ।
ਤੇ ਹੈਨਰੀ ਕਿਸਿੰਜਰ ਨੇ ਇਹ ਕਹਿਤਾ ਕਿ ਤੁਸੀਂ ਕਰ ਦਿਓ, ਜਿਹੜਾ ਡਨਬਾਸ ਰੀਜਨ ਆ ਉਹ ਤਾਂ ਵੈਸੇ ਵੀ ਰਸ਼ੀਅਨ ਆ, ਹਾਂਜੀ, ਤੇ ਕ੍ਰਾਈਮੀਆ ਉਹਨਾਂ ਦਾ ਹੀ ਆ, ਉਹ ਉਹਨਾਂ ਦੇ ਹੱਥ 'ਚ ਆ, ਤਾਂ ਤੁਸੀਂ ਸਾਈਨ ਕਰ ਦਿਓ, ਤੁਸੀਂ ਮੰਨ ਲਓ ਵੀ ਉਹਨਾਂ ਦੀ ਸੋਵਰਨਟੀ ਆ। ਤੇ ਇਸ ਗੱਲ ਤੇ ਭੜਕ ਉੱਠੇ ਇਹ। ਪਹਿਲਾਂ ਜ਼ੈਲੈਂਸਕੀ ਨੇ ਸਿੱਧੇ ਤੌਰ ਤੇ ਕੁਝ ਨਹੀਂ ਕਿਹਾ, ਉਹਨਾਂ ਦੇ ਐਡਵਾਈਜ਼ਰ ਜਿਹੜੇ ਟੌਪ ਦੇ ਐਡਵਾਈਜ਼ਰ ਆ ਉਹਨਾਂ ਨੇ ਇੰਨੀਆਂ ਗਾਲਾਂ ਕੱਢੀਆਂ ਨਾ, ਕਿਉਂਕਿ ਹੈਨਰੀ ਕਿਸਿੰਜਰ ਤੋਂ ਬਾਅਦ ਬਹੁਤ ਸਾਰੇ ਯੂਰਪੀਅਨ ਡਿਪਲੋਮੈਟਸ ਆ ਜਿਹੜੇ ਉਹੋ ਹੀ ਲਾਈਨ ਦੇਣ ਲੱਗ ਪਏ, ਕਹਿੰਦੇ ਕਿ ਕੋਈ ਫਰਕ ਨਹੀਂ ਪੈਂਦਾ। ਮੈਕਰੋਨ ਜਿਹੜੇ ਪ੍ਰੈਜ਼ੀਡੈਂਟ ਆ ਹਾਂਜੀ, ਫਰਾਂਸ ਦੇ, ਹਾਂਜੀ, ਹੁਣ ਜ਼ੈਲੈਂਸਕੀ ਨੇ ਇਹ ਗੱਲ ਕਹੀ ਹੈ, ਪਤਾ ਨਹੀਂ ਇਹਨਾਂ ਨੇ ਕੌਣ ਬੰਦਾ ਠੀਕ ਆ। ਜ਼ੈਲੈਂਸਕੀ ਇਹ ਕਹਿੰਦੇ ਕਿ ਮੈਕਰੋਨ ਨੇ ਮੈਨੂੰ ਇਹ ਕਿਹਾ ਕਿ ਇਲਾਕਾ ਉਹਨਾਂ ਦਾ ਦੇ, ਕੋਈ ਫਰਕ ਨਹੀਂ ਪੈਂਦਾ। ਹਾਂਜੀ, ਕਹਿੰਦੇ ਉਹ ਮੈਕਰੋਨ ਕਹਿੰਦੇ ਕਿ ਮੈਂ ਕਦੇ ਕਿਹਾ ਹੀ ਨਹੀਂ। ਉਹਨਾਂ ਨੇ ਤਾਂ ਸਾਰੇ ਦਾਅਵਿਆਂ ਨੂੰ ਵੀ ਖਾਰਜ ਕਰਤਾ, ਕਹਿੰਦੇ ਮੇਰੀ ਕੋਈ ਕਨਵਰਸੇਸ਼ਨ ਹੋਈ ਹੀ ਨਹੀਂ ਇਹੋ ਜੀ ਉਹਨਾਂ ਦੇ ਨਾਲ। ਜਾਂ ਤਾਂ ਰਿਕਾਰਡਿੰਗ ਹੋਵੇ, ਕਿਤੇ ਰਿਕਾਰਡਿੰਗ ਕੋਈ ਕਰ ਨਹੀਂ ਸਕਦਾ, ਜੇ ਕੀਤੀ ਹੋਵੇ ਪਤਾ ਵੀ ਕੋਈ ਨਹੀਂ ਜੀ। ਹੁਣ ਇਹ ਮੰਨਣੀ ਵੀ ਉਹਨਾਂ ਨੇ ਕਿ ਫਿਰ ਦੂਸਰੇ ਲੋਕਾਂ ਨੇ ਫੋਨ ਨਹੀਂ ਕਦੇ ਕਰਨਾ ਜ਼ੈਲੈਂਸਕੀ ਨੂੰ ਕਿ ਇਹ ਤਾਂ ਰਿਕਾਰਡਿੰਗ ਕਰ ਲੈਂਦਾ। ਇਹ ਵੀ ਤਾਂ ਪ੍ਰੋਬਲਮ ਬਣ ਜਾਂਦੀ ਨਾ, ਤੁਹਾਡਾ ਰੈਪੂਟੇਸ਼ਨ ਉਦਾਂ ਦਾ ਬਣ ਜਾਂਦਾ। ਜੇ ਤੁਸੀਂ ਰਿਕਾਰਡਿੰਗ ਕਰਦੇ ਆ, ਟੇਪਾਂ ਬਣਾਉਣ ਲੱਗ ਪੈਂਦੇ ਆ, ਫਿਰ ਟੇਪਾਂ ਬਣਾਉਣ ਦੇ ਤੌਰ ਤੇ ਜਾਣੇ ਜਾਂਦੇ ਆ। ਹਾਂਜੀ, ਜਿੱਦਾਂ ਸਿੱਧੂ ਮੂਸੇਵਾਲਾ ਟੇਪਾਂ ਕੱਢਦਾ, ਇਦਾਂ ਹੀ ਫਿਰ ਲੀਡਰ ਵੀ ਟੇਪਾਂ ਕੱਢਣ ਵਾਲੇ ਜਾਣੇ ਜਾਂਦੇ ਆ। ਕਿ ਜੇ ਤੁਸੀਂ ਕਿਸੇ ਦੀ ਕਨਵਰਸੇਸ਼ਨ ਉਹਨਾਂ ਨੂੰ ਦੱਸੇ ਤੋਂ ਬਿਨਾਂ ਰਿਕਾਰਡ ਕਰਦੇ ਆ, ਫਿਰ ਤੁਹਾਡਾ ਰੈਪੂਟੇਸ਼ਨ ਕੋਈ ਨਹੀਂ ਜੀ। ਕੋਈ ਵੀ ਬੰਦਾ ਤੁਹਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਜੀ, ਕਿਉਂਕਿ ਕਿਸੇ ਨੂੰ ਕੀ ਪਤਾ ਤੁਸੀਂ ਬੈਠੇ ਇੱਥੇ ਰਿਕਾਰਡ ਕਰ ਰਹੇ ਜੀ। ਬਹੁਤੇ ਲੋਕਾਂ ਨੂੰ ਆਦਤ ਹੁੰਦੀ ਹੈ ਕਿਸੇ ਨੂੰ ਬਿਨਾਂ ਦੱਸੇ ਤੋਂ ਕਨਵਰਸੇਸ਼ਨ ਰਿਕਾਰਡ ਕਰਨ ਦੀ। ਇਹ ਗਲਤ ਗੱਲ ਹੈ ਨਾ। ਹਾਂਜੀ, ਅੱਜ ਕੱਲ ਫੋਨ ਤੇ ਲੋਕ ਐਪਸ ਵਗੈਰਾ ਡਾਊਨਲੋਡ ਕਰ ਲੈਂਦੇ ਆ। ਸੋ ਇਹ ਗੱਲ ਕਾਫੀ ਵਧੀ ਹੋਈ ਆ। ਹੁਣ ਬਹੁਤ ਡਿਪਲੋਮੈਟਸ, ਬਹੁਤ ਦੇਸ਼ਾਂ ਦੇ ਐਕਚੁਅਲੀ ਲੀਡਰ, ਸ਼ਾਇਦ ਮੈਕਰੋਨ ਨੇ ਕਿਹਾ ਹੋਵੇ ਜਾਂ ਨਾ ਕਿਹਾ ਹੋਵੇ, ਪਰ ਇਹ ਗੱਲ ਹੈਨਰੀ ਕਿਸਿੰਜਰ ਨੇ ਜਾ ਕੇ ਕਹਿਤੀ, ਕਿਉਂਕਿ ਉਹ ਤਾਂ ਸਾਬਕਾ ਵਿਦੇਸ਼ ਮੰਤਰੀ ਹਨ। ਹਾਂਜੀ, ਹੋਣ ਵਾਲੇ ਨੇ। ਹਾਂਜੀ, ਤੇ ਉਹਨਾਂ ਨੇ ਕਹਿਤਾ ਕਿ ਕੋਈ ਦਿਓ ਉਹਨਾਂ ਨੂੰ ਜਿਹੜੇ ਮੰਗਦੇ ਆ, ਉਹ ਆਪਣੇ ਰੀਜਨ ਤੁਹਾਡੇ ਤੋਂ ਡਨਬਾਸ ਵਾਲਾ ਮੰਗਦੇ ਆ ਤੇ ਕ੍ਰਾਈਮੀਆ ਮੰਗਦੇ ਆ। ਹਾਂਜੀ, ਕ੍ਰਾਈਮੀਆ ਉਹਨਾਂ ਦੇ ਕੋਲ ਹੈਗਾ ਹੀ ਹੈਗਾ ਆਲਰੇਡੀ, ਡਨਬਾਸ ਤੇ ਉਹਨਾਂ ਦਾ ਕਬਜ਼ਾ ਆ ਹੁਣ। ਹਾਂਜੀ, ਉਹ ਕਹਿੰਦੇ ਸਾਈਨ ਨਹੀਂ ਕਰਨੇ, ਬਸ ਇੰਨਾ ਹੀ ਹੈ, ਐਕਨੋਲੇਜ ਹੀ ਕਰਨਾ ਜੀ, ਕੋਈ ਕਰਨ ਦੀ ਤੁਹਾਨੂੰ ਦਿੱਕਤ ਨਹੀਂ ਹੋਣੀ ਚਾਹੀਦੀ। ਤੇ ਇਸ ਗੱਲ ਤੇ ਹੁਣ ਜ਼ੈਲੈਂਸਕੀ ਸਾਹਿਬ ਕਈ ਵਾਰੀ ਤਾਂ ਵੈਸੇ ਹੀ ਕਈ ਦੇਸ਼ਾਂ ਨੂੰ ਤਾਂ ਗਾਲਾਂ ਹੀ ਕੱਢ ਚੁੱਕੇ ਉਹ। ਹੁਣ ਉਹਨਾਂ ਦੇ ਜਿਹੜੇ ਟੌਪ ਐਡਵਾਈਜ਼ਰ ਆ, ਉਹਨਾਂ ਨੇ ਉਹ ਗਾਲਾਂ ਕੱਢੀਆਂ ਜਿਹੜੀਆਂ ਅਸੀਂ ਇੱਥੇ ਦੱਸ ਨਹੀਂ ਸਕਦੇ ਜੀ। ਆਪਾਂ ਉਹ ਜਿਹੜੀ ਉਹਨਾਂ ਦੀ ਲੈਂਗੁਏਜ ਹੈ ਕਿ ਉਹਨੂੰ ਔਨ 에ਅਰ ਨਹੀਂ ਦੱਸ ਸਕਦੇ। ਉਹਨਾਂ ਦੇ 2-3 ਸੈਂਟੈਂਸ ਹੀ ਪੜ੍ਹ ਲਓ, ਉਹਦੇ ਵਿੱਚ ਉਹਨਾਂ ਨੇ ਵਾਰ-ਵਾਰ ਇੰਨੀ ਭੱਦੀ ਸ਼ਬਦਾਵਲੀ ਵਰਤੀ ਹੈ ਨਾ ਜੀ, ਉਹ ਤੁਸੀਂ ਰੇਡੀਓ ਤੇ ਨਹੀਂ ਦੱਸ ਸਕਦੇ ਜੀ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ। ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਸਾਊਥ ਕੋਰੀਆ ਤੇ ਜਾਪਾਨ ਦੌਰੇ ਬਾਰੇ ਤੁਸੀਂ ਦੱਸੋ ਵੀ ਉਹਨਾਂ ਦਾ ਉੱਥੇ ਸਵਾਗਤ ਕਿਸ ਤਰ੍ਹਾਂ ਕੀਤਾ ਗਿਆ। ਦੇਖੋ, ਆਪਣੇ ਕਹਿੰਦੇ ਹੁੰਦੇ ਡੈਮੋਕ੍ਰੇਸੀ ਦੀ ਸਭ ਤੋਂ ਪਹਿਲੀ ਗੱਲ ਹੈ ਕਿ ਫਰੀडम ਆਫ ਸਪੀਚ, ਜਿਹੜੀ ਫਰਸਟ ਅਮੈਂਡਮੈਂਟ ਹੈ ਯੂਐਸ ਦੇ ਕਨਸਟੀਟਿਊਸ਼ਨ ਦੀ, ਉਹਦੇ ਵਿੱਚ ਫਰੀडम ਆਫ ਸਪੀਚ ਨੂੰ ਡਿਫੈਂਡ ਕੀਤਾ ਗਿਆ। ਮੀਡੀਆ ਨੇ ਨਾ ਕੈਨੇਡਾ ਦੇ ਵਿੱਚ ਤੇ ਨਾ ਯੂਐਸ ਦੇ ਵਿੱਚ ਜ਼ਿਕਰ ਨਹੀਂ ਕੀਤਾ। ਜਿੰਨੇ ਦਿਨ ਜੋ ਬਾਈਡਨ ਸਾਊਥ ਕੋਰੀਆ ਰਹੇ ਆ, ਜਾਪਾਨ ਚ ਰਹੇ ਆ, ਉਨੇ ਦਿਨ ਹੀ ਮੁਜ਼ਾਹਰੇ ਹੋਏ, ਵੱਡੇ ਮੁਜ਼ਾਹਰੇ ਹੋਏ ਉੱਥੇ। ਹਾਂਜੀ, ਔਰ ਉਹ ਮੁਜ਼ਾਹਰਾ ਕਰੀ ਬਾਹਰ ਖੜੇ ਹੀ ਰਹੇ ਜਿੰਨਾ ਚਿਰ ਅੰਦਰ ਮੀਟਿੰਗ ਕਰਦੇ ਸੀ ਜੀ। ਉਹਨਾਂ ਨੇ ਇਹ ਕਿਹਾ ਕਿ ਤੁਸੀਂ, ਪਹਿਲੀ ਗੱਲ ਅਮਰੀਕਾ ਵਾਲਿਆਂ ਨੇ ਇਹਨਾਂ ਤੋਂ ਬਿਨਾਂ ਤਾਂ ਕਿਸੇ ਨੇ ਬੰਬ ਨਹੀਂ ਮਾਰੇ ਉੱਥੇ ਜੀ। ਐਟਮ ਬੰਬ ਅਜੇ ਤਾਈਂ ਦੁਨੀਆ ਦੇ ਵਿੱਚ ਸਿਰਫ ਤੇ ਸਿਰਫ ਨਾਗਾਸਾਕੀ ਤੇ ਹੀਰੋਸ਼ੀਮਾ ਦੇ ਵਿੱਚ ਵਰਤੇ ਸੀ, ਉਹ ਵੀ ਅਮਰੀਕਾ ਵਾਲਿਆਂ ਨੇ ਵਰਤੇ ਸੀ। ਹਾਂਜੀ, ਉਹ ਕਹਿੰਦੇ ਤੁਸੀਂ ਸਾਡੇ ਬੰਬ ਮਾਰਨ ਵਾਲੇ ਹੁਣ ਸਾਨੂੰ ਦੱਸਣ ਲੱਗੇ ਚੀਨ ਨਾਲ ਲੜਾਈ ਕਰੀਏ। ਚੀਨ ਵਾਲਿਆਂ ਤੇ ਤਾਂ ਇਹਨਾਂ ਨੇ ਖੁਦ ਜਾਪਾਨ ਵਾਲਿਆਂ ਨੇ ਤਸ਼ੱਦਦ ਕੀਤਾ ਸੀ। ਹਾਂਜੀ, 15 ਮਿਲੀਅਨ ਬੰਦਾ ਉਹਨਾਂ ਦਾ ਮਰਿਆ ਵਰਲਡ ਵਾਰ 2 ਦੇ ਵਿੱਚ ਜੀ, ਤੇ ਉਹ ਕਿੱਦਾਂ ਭੁੱਲ ਸਕਦੇ। ਬਿਲਕੁਲ। ਤੇ ਹੁਣ ਸਾਊਥ ਕੋਰੀਆ ਵਾਲਿਆਂ ਦੇ ਜਿੱਦਾਂ ਸਾਡੇ ਬਟਵਾਰਾ ਹੋਇਆ, ਨਾਰਥ ਕੋਰੀਆ ਤੇ ਸਾਊਥ ਕੋਰੀਆ ਦਾ ਬਟਵਾਰਾ ਵੀ ਅਮਰੀਕਨ ਇੰਟਰਵੈਂਸ਼ਨ ਦੇ ਨਾਲ ਹੀ ਹੋਇਆ ਸੀ। ਹਾਂਜੀ, ਅੱਧੇ ਪਰਿਵਾਰ ਕਈ ਵਾਰੀ ਉਧਰ ਬੈਠੇ ਆ, ਅੱਧੇ ਇੱਧਰ ਬੈਠੇ ਆ, ਹੁਣ ਮਰ ਗਏ ਹੁਣ ਵਿਚਾਰੇ। ਉਦੋਂ ਦੇ ਕਿਸੇ ਦੇ ਮਾਂ ਬਾਪ ਉਧਰ ਰਹਿ ਗਏ, ਕਿਸੇ ਦੇ ਭੈਣ ਭਰਾ ਉਧਰ ਰਹਿ ਗਏ, ਤੇ ਗੱਭੇ ਆ ਕੇ ਡੀਮਿਲਟਰਾਈਜ਼ ਜ਼ੋਨ ਆ ਉੱਥੇ,
ਤੇ ਉੱਥੋਂ ਨਾ ਨਾਰਥ ਕੋਰੀਆ ਵਾਲੇ ਬੰਦਾ ਆਉਣ ਦਿੰਦੇ, ਨਾ ਸਾਊਥ ਕੋਰੀਆ ਵਾਲਾ ਬੰਦਾ ਜਾਣ ਦਿੰਦੇ। ਇਹਦੇ ਖਿਲਾਫ, ਇਹਨਾਂ ਗੱਲਾਂ ਦੇ ਖਿਲਾਫ ਉੱਥੇ ਲੋਕਾਂ ਨੇ ਬਹੁਤ ਵੱਡੇ ਮੁਜ਼ਾਹਰੇ ਕੀਤੇ। ਇਹ ਗੱਲ ਲੁਕੋ ਕੇ ਰੱਖੀ ਆ ਮੀਡੀਆ ਨੇ ਇੱਥੇ ਨਾਰਥ ਅਮਰੀਕਾ ਵਿੱਚ। ਨਾ ਕੈਨੇਡੀਅਨ ਨੇ ਗੱਲ ਕੀਤੀ ਤੇ ਨਾ ਅਮਰੀਕਾ ਵਾਲਿਆਂ ਨੇ ਗੱਲ ਕੀਤੀ। ਹਾਂਜੀ, ਤੁਸੀਂ ਦੇਖੋ ਕਿ ਕਿੰਨੀ ਕੁ ਫਰੀडम ਹੈ ਇੱਥੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ ਕਿ ਇੱਥੋਂ ਦਾ ਮੀਡੀਆ ਤਾਂ ਬਿਲਕੁਲ ਚੁੱਪ ਸੀ ਇਸ ਕਵਰੇਜ ਦੇ ਉੱਪਰ। ਡਾਕਟਰ ਸਾਹਿਬ ਕਹਿੰਦੇ ਆ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। US ਦੇ ਵਿੱਚ ਇੱਕ 82 ਸਾਲਾ ਔਰਤ ਨੇ ਡਿਗਰੀ ਲਈ ਆ, ਇੱਕ ਇਨਸਪੀਰੇਸ਼ਨ ਬਣਿਆ ਜੀ ਉਹ। ਦੇਖੋ, ਇਹ ਗੱਲ ਠੀਕ ਹੈ ਕਿ ਜਿਹੜਾ ਸਿੱਖਦਾ ਬੰਦਾ ਉਹਦੀ ਤਾਂ ਕੋਈ ਉਮਰ ਨਹੀਂ ਕਿ 17 ਸਾਲਾਂ ਤੋਂ ਉੱਪਰ ਹੋ ਗਿਆ ਹੁਣ ਛੱਡੋ ਪਰੇ। ਇਹਨਾਂ ਨੇ 82 ਸਾਲਾਂ ਦੇ ਵਿੱਚ ਬੈਚਲਰ ਡਿਗਰੀ ਕੰਪਲੀਟ ਕੀਤੀ ਹੈ। ਹਾਂਜੀ, 82 ਸਾਲਾਂ ਦੀ ਔਰਤ ਹੈ ਜੀ। ਕੁਛ ਕੁ ਸਮਾਂ ਪਹਿਲਾਂ ਇੱਕ ਮੇਰੀ ਸਟੂਡੈਂਟ ਹੁੰਦੀ ਸੀ, ਉਹ 63 ਸਾਲ ਦੀ ਸੀ। ਮੇਰੀ ਤਾਂ ਉਮਰ ਬਹੁਤ ਘੱਟ ਸੀ ਉਸ ਵੇਲੇ। ਤੇ ਮੈਂ ਕਈ ਬੰਦਿਆਂ ਦੇ ਲਾਸਟ ਨਾਂ ਨਹੀਂ ਹੁੰਦੇ ਜਿਹੜੇ ਤੁਹਾਨੂੰ ਦਿਮਾਗ ਦੇ ਵਿੱਚ ਰਹਿੰਦੇ ਕਿ ਬੜਾ ਔਡ ਜਿਹਾ ਨਾਂ ਹੈ। ਹਾਂਜੀ, ਜਿੱਦਾਂ ਸਿੱਧੂ ਮੂਸੇਵਾਲਾ ਦਾ ਮੈਨੂੰ ਯਾਦ, ਮੈਂ ਕਦੇ ਉਹਨੂੰ ਸੁਣਿਆ ਨਹੀਂ, ਮੂਸੇਵਾਲਾ ਮੈਨੂੰ ਯਾਦ ਆ। ਇਹ ਔਡ ਜਿਹਾ ਨਾਂ ਹੈ ਨਾ। ਹਾਂਜੀ, ਜਿੱਦਾਂ ਲੁਧਿਆਣਾ ਪਟਿਆਲਾ ਕੋਈ ਹੋਵੇ, ਮੂਸੇਵਾਲਾ ਉਹਦੇ ਪਿੰਡ ਦੇ ਨਾਂ ਤੋਂ ਰੱਖਿਆ ਉਹਨੇ। ਤੇ ਫਿਰ ਉਹਨੂੰ ਮੈਂ ਕਿਹਾ ਵੀ ਕੋਈ ਕੁੜੀ ਹੁੰਦੀ ਸੀ ਮੇਰੀ ਸਟੂਡੈਂਟ, ਬਈ ਉਹਦਾ ਲਾਸਟ ਨਾਂ ਇਦਾਂ ਦਾ ਸੀ। ਉਹ ਕਹਿੰਦੀ ਮੇਰੀ ਕੁੜੀ ਸੀ, ਜਿਹੜੀ 63 ਸਾਲਾਂ ਦੀ ਔਰਤ ਸੀ ਨਾ। ਹਾਂਜੀ, ਉਹ ਕਹਿੰਦੀ ਮੇਰੀ ਕੁੜੀ ਸੀ। ਉਹ ਕਹਿੰਦੀ ਉਹ ਪਹਿਲਾਂ ਉਹਨੇ ਡਿਗਰੀ ਖਤਮ ਕੀਤੀ ਤੇ ਉਸ ਤੋਂ ਬਾਅਦ ਲਾਅ ਡਿਗਰੀ ਖਤਮ ਕੀਤੀ ਉਹਨੇ। ਤੇ ਉਸ ਲੜਕੀ ਨੇ ਇਹਨੇ ਕਿਹਾ ਕਿ ਮੇਰੀ ਲਾਈਫ ਸਟੋਰੀ ਉਹਨੇ ਮੈਨੂੰ ਦੱਸੀ। ਉਹ ਕਹਿੰਦੀ ਮੈਂ ਜਦੋਂ ਯੰਗ ਹੁੰਦੀ ਸੀ ਨਾ ਤੇ 1 ਸਾਲ ਲਾਇਆ ਹੋਣਾ ਯੂਨੀਵਰਸਿਟੀ ਦਾ, ਕਿਤੇ ਵਿਆਹ ਕਰਾ ਲਿਆ। ਵਿਆਹ ਕਰਾ ਕੇ ਕਹਿੰਦੀ ਇਦਾਂ ਦੇ ਹਾਲਾਤ ਬਣ ਗਏ ਕਿ ਮੈਨੂੰ ਸਕੂਲ ਛੱਡਣਾ ਪਿਆ, ਕੰਮ ਕਰਨ ਲੱਗ ਪਈ। ਹਾਂਜੀ, ਤਾਂ ਫਿਰ ਕਹਿੰਦੀ ਮੇਰਾ ਡਿਵੋਰਸ ਹੋ ਗਿਆ ਥੋੜੀ ਦੇਰ ਬਾਅਦ। ਤੇ ਉਹ ਡਿਵੋਰਸ ਤੋਂ ਬਾਅਦ ਕਹਿੰਦੀ ਮੈਨੂੰ ਬੱਚਿਆਂ ਦੀ ਕਸਟਡੀ ਮੈਨੂੰ ਮਿਲ ਗਈ। ਹਾਂਜੀ, ਤਾਂ ਹੋਰ ਉਹਦੀ ਡਿਊਟੀਜ਼ ਜਿਹੜੀਆਂ ਰਿਸਪੌਂਸਿਬਿਲਿਟੀ ਉਹਦੀਆਂ ਜ਼ਿਆਦਾ ਵੱਧ ਗਈਆਂ, ਕੱਲੀ ਤੇ ਆ ਗਈਆਂ। ਉਹ ਕਹਿੰਦੀ ਫਿਰ ਮੈਂ ਵੱਡੀ ਜਿਹੜੀ ਕੁੜੀ ਆ ਉਹਦੀ, ਜਿਹੜੀ ਮੇਰੀ ਸਟੂਡੈਂਟ ਹੁੰਦੀ ਸੀ, ਉਹ ਵੱਡੀ ਆ ਉਹਦੀ ਲੜਕੀ, ਉਹਨੇ ਪੜ੍ਹਾਈ ਕਰਕੇ ਲਾਅ ਦੀ ਡਿਗਰੀ ਖਤਮ ਕਰਕੇ ਫਿਰ ਉਹਨੇ ਆਪਣੀ ਮਾਂ ਨੂੰ ਕਿਹਾ ਵੀ ਤੂੰ ਸਾਡੇ ਲਈ ਸਭ ਕੁਝ ਕੁਰਬਾਨ ਕੀਤਾ, ਹੁਣ ਤੇਰੀ ਖਾਸ ਹਮੇਸ਼ਾ ਤੂੰ ਕਹਿੰਦੀ ਹੁੰਦੀ ਸੀ ਮੇਰੇ ਤੋਂ ਡਿਗਰੀ ਕਰਨੀ ਹੋਈ, ਹੁਣ ਤੂੰ 63 ਸਾਲਾਂ ਦੀ, ਕੋਈ ਗੱਲ ਨਹੀਂ, ਤੂੰ ਜਾ ਵਾਪਸ। ਸੋ ਇਸ ਕਰਕੇ ਉਹਨੇ ਫਸਟ ਈਅਰ ਜਿਹੜਾ ਕੋਰਸ ਲਿਆ ਸੀ ਉਹ ਜਸਟ ਟੂ ਗੈਟ ਇਨ, ਮਤਲਬ ਉਹ ਰੂਟੀਨ ਦੇ ਵਿੱਚ ਆਉਣਾ ਚਾਹੁੰਦੀ ਸੀ ਕਿ ਦੇਖਦੀ ਸੀ ਕਿ ਮੈਂ ਕਰ ਸਕਦੀ ਜਾਂ ਨਹੀਂ ਕਰ ਸਕਦੀ, ਮਾਈਂਡ ਸੈਟ ਕਰਨੀ। ਪਰ ਉਹ ਇੱਕ ਗੱਲ ਤਾਂ ਵੱਡੀ ਇਹ ਆ ਕਿ ਉਹ ਇਸ ਏਜ ਦੇ ਵਿੱਚ ਉਹ ਸਕੂਲੇ ਜਾ ਰਹੀ ਸੀ, ਪਹਿਲਾ ਸਟੈਪ। ਦੂਸਰੀ, ਉਹਦੇ ਬੱਚਿਆਂ ਦੀ ਵੀ ਦਾਦ ਦੇਣੀ ਚਾਹੀਦੀ ਹੈ ਵੀ ਜਿਨ੍ਹਾਂ ਨੇ ਮੋਟੀਵੇਟ ਕੀਤਾ ਕਿ ਠੀਕ ਹੈ ਤੂੰ ਸਾਡੀ ਦੇਖਭਾਲ ਕੀਤੀ ਆ, ਸਾਡੀ ਖਾਤਰ ਸਭ ਕੁਝ ਕੀਤਾ, ਹੁਣ ਅਸੀਂ ਕੰਮ ਕਰਨ ਲੱਗ ਪਏ, ਹੁਣ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਗਏ, ਤੂੰ ਆਪਣੀਆਂ ਖਾਹਿਸ਼ਾਂ ਪੂਰੀਆਂ ਕਰ। ਤੇ ਇਸ ਔਰਤ ਨੇ 82 ਸਾਲਾਂ ਦੇ ਵਿੱਚ ਸਾਬਤ ਕਰਤਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਜੀ, ਤੁਸੀਂ ਕਿਸੇ ਉਮਰ ਦੇ ਵਿੱਚ ਵੀ ਪੜ੍ਹਾਈ ਕਰ ਸਕਦੇ ਹੋ। ਬਹੁਤ ਬੰਦੇ ਮੈਂ ਦੇਖਦਾ ਹਾਲੇ ਉਹਨਾਂ ਦੀ ਇੰਨੀ ਉਮਰ ਨਹੀਂ ਹੋਈ ਹੁੰਦੀ, ਉਹ ਕਹਿਣਗੇ ਯਾਰ ਮੈਂ ਉਦੋਂ ਪੜ੍ਹਦੇ ਨੇ ਮੈਂ ਛੱਡ ਹੀ ਦਿੱਤਾ। ਉਹਨੂੰ ਪੁੱਛੇ ਵੀ ਹੱਲੇ ਤੂੰ ਮਰਿਆ ਨਹੀਂ। ਕਈ ਲੋਕ ਕਹਿ ਦਿੰਦੇ ਆ ਨਾ ਵੀ ਪੜ੍ਹਾਈ ਛੱਡੀ ਨੂੰ ਟਾਈਮ ਹੋ ਗਿਆ, ਹੁਣ ਪੜ੍ਹ ਨਹੀਂ ਹੋਣਾ, ਹੁਣ ਦਿਮਾਗ ਨਹੀਂ ਹੈਗਾ ਹੋ ਜਾ। ਨਹੀਂ, ਦਿਮਾਗ ਨੂੰ ਕੁਛ ਨਹੀਂ ਹੋਇਆ ਹੁੰਦਾ। ਵੈਸੇ ਵੀ ਜਿਹੜੇ ਸਟੱਡੀ ਕਰਦੇ ਉਹ ਕਹਿੰਦੇ ਕਿ ਦਿਮਾਗ ਔਨ ਐਵਰੇਜ ਅਸੀਂ 15% ਦਿਮਾਗ ਵਰਤਦੇ ਹਾਂ, ਐਵਰੇਜ ਜੀ। ਮਤਲਬ ਆਇਨਸਟਾਈਨ ਵਰਗੇ ਬੰਦੇ ਹੋ ਸਕਦਾ ਜ਼ਿਆਦਾ ਹੀ ਵਰਤਦੇ ਹੋਣਗੇ, ਸਾਡੇ ਕਈ ਹੋਣੇ ਆ ਜਿਹੜੇ 0% ਵੀ ਨਹੀਂ ਵਰਤਦੇ। ਹਾਂਜੀ, ਇਦਾਂ ਦੇ ਵੀ ਬੰਦੇ ਹੈਗੇ ਨਾ ਜਿਨ੍ਹਾਂ ਨੂੰ ਦੇਖਦੇ ਆ ਤੁਸੀਂ। ਹਾਂਜੀ, ਤੇ ਉਹ 15% ਮਤਲਬ 85% ਉਹ ਦਿਮਾਗ ਇਦਾਂ ਦਾ ਪਿਆ ਜਿਹਨੂੰ ਅਸੀਂ ਕਦੇ ਵਰਤਿਆ ਹੀ ਨਹੀਂ ਜੀ। ਤੇ ਦਿਮਾਗ ਨਹੀਂ ਕਦੇ ਖਰਾਬ ਹੁੰਦਾ, ਦਿਮਾਗ ਘੱਟ ਨਹੀਂ ਸੋਚਦਾ, ਦਿਮਾਗ ਬਹੁਤ ਵੱਡੀ ਚੀਜ਼ ਹੈ, ਇਹਨੂੰ ਵਰਤੋ ਜੀ, ਕਿਸੇ ਉਮਰ ਦੇ ਵਿੱਚ ਵੀ ਵਰਤੋ, ਕਿਸੇ ਉਮਰ ਦੇ ਵਿੱਚ ਵੀ ਸਿੱਖੋ ਜੀ। ਬਿਲਕੁਲ ਡਾਕਟਰ ਸਾਹਿਬ, ਪੜ੍ਹਾਈ ਲਿਖਾਈ ਕਰਨ ਤੇ ਸਿੱਖਣ ਦੀ ਸੱਚੀ ਕੋਈ ਉਮਰ ਨਹੀਂ ਹੁੰਦੀ। ਇਸ ਕਰਕੇ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਹੁਣ ਮੇਰੇ ਤੋਂ ਪੜ੍ਹ ਨਹੀਂ ਹੋਣਾ ਕਿਉਂਕਿ ਮੈਨੂੰ ਟਾਈਮ ਹੋ ਗਿਆ ਸਟੱਡੀ ਛੱਡੀ ਨੂੰ, ਜਾਂ ਫਿਰ ਮੈਂ ਕਰ ਨਹੀਂ ਸਕਦਾ ਜਾਂ ਕਰ ਨਹੀਂ ਸਕਦੀ।
ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਜੀ ਕਹਾਣੀ ਦਾ, ਕਿਉਂਕਿ ਫਰਾਈਡੇ ਵਾਲੇ ਦਿਨ ਤੁਹਾਨੂੰ ਸੁਣਾਉਣੇ ਹੁੰਦੇ ਆ ਕਹਾਣੀ, ਤੇ ਡਾਕਟਰ ਸਾਹਿਬ ਅੱਜ ਸਾਨੂੰ ਕਹਾਣੀ ਸੁਣਾਉਣਗੇ। ਡਾਕਟਰ ਸਾਹਿਬ ਸ਼ੁਰੂ ਕਰੋ ਜੀ ਕਹਾਣੀ। ਜੀ ਅੱਜ ਜੁਮੇ ਦਾ ਦਿਨ ਹੈ, ਇਸ ਕਰਕੇ ਕਹਾਣੀ ਸ਼ੁਰੂ ਕਰਦੇ ਹਾਂ। ਅੱਜ ਸ਼ੁਰੂ ਕਰਦੇ ਹਾਂ ਕਿ ਪਿੰਡ ਦਾ ਪੰਡਤ, ਪਿੰਡ ਦਾ ਪੰਡਤ, ਅੱਗੇ ਪਿੰਡ ਦਾ ਮੌਲਵੀ ਸੀ, ਹਾਂਜੀ ਹੁਣ ਪੰਡਤ ਦੀ ਗੱਲ ਕਰਦੇ ਹਾਂ। ਇੰਟਰਸਟਿੰਗ। ਕਿਸੇ ਇੱਕ ਪਿੰਡ ਦੇ ਲੋਕਾਂ ਨੇ ਨਾ, ਉੱਥੇ ਆਫਤ ਕੋਈ ਨਾ ਕੋਈ ਆਈ ਰਹਿੰਦੀ ਸੀ ਪਿੰਡ ਦੇ ਵਿੱਚ। ਉਹਨਾਂ ਨੇ ਰਲ ਕੇ ਇਕੱਠੇ ਹੋ ਕੇ ਅਰਦਾਸ ਕੀਤੀ ਸ਼ੰਕਰ ਭਗਵਾਨ ਨੂੰ ਕਿ ਇਹਨਾਂ ਆਫਤਾਂ ਤੋਂ ਸਾਨੂੰ ਬਚਾਓ। ਥੋੜੇ ਕੁ ਦਿਨ ਬਾਅਦ, ਥੋੜੇ ਮਹੀਨਿਆਂ ਬਾਅਦ ਉਹਨਾਂ ਦੇ ਪਿੰਡ 'ਚ ਹੋਈ ਸ਼ਾਂਤੀ, ਕੋਈ ਆਫਤ ਨਹੀਂ ਆਈ, ਸਾਲ ਭਰ ਕੁਛ ਨਹੀਂ ਹੋਇਆ। ਤਾਂ ਉਹਨਾਂ ਨੂੰ ਲੱਗਾ ਵੀ ਸਾਡੀ ਸ਼ਿਵ ਜੀ ਨੇ ਸੁਣ ਲਈ ਗੱਲ। ਹਾਂਜੀ, ਸਾਡੇ ਵਹਿਮੀ ਭਰਮੀ ਵੀ ਹੁੰਦੇ ਲੋਕੀ ਕਿ ਗੱਲ ਸਾਡੀ ਮੰਨ ਲਈ ਲੱਗਦੀ ਹੈ ਵੀ ਹੁਣ ਕੋਈ ਆਫਤ ਨਹੀਂ ਆਈ। ਉਹ ਕਹਿੰਦੇ ਕਿ ਕੋਈ ਨਾ ਕੋਈ ਤਰੀਕਾ ਲੱਭਿਆ ਜਾਵੇ ਕਿ ਸ਼ੁਕਰੀਆ ਅਦਾ ਕਰੀਏ ਅਸੀਂ ਸ਼ਿਵ ਜੀ ਦਾ। ਤੇ ਫਿਰ ਪਿੰਡ ਦੇ ਕਹਿੰਦੇ ਕਿ ਸ਼ੁਕਰੀਆ ਦਾ ਹੁਣ ਇਦਾਂ ਤਾਂ ਹੈ ਨਹੀਂ ਵੀ ਉਹਨਾਂ ਨੂੰ ਕਾਰਡ ਦੇ ਆਈਏ $100 ਪਾ ਕੇ। ਹਾਂਜੀ, ਵੀ ਇਦਾਂ ਦੀ ਗੱਲ ਕਰੀਏ ਵੀ ਸ਼ਿਵ ਜੀ ਦਾ ਇੱਥੇ ਮੰਦਿਰ ਬਣਾਇਆ ਜਾਵੇ ਸ਼ਰਧਾ ਦੇ ਨਾਲ। ਉਹਨਾਂ ਨੇ ਢਾਲ ਇਕੱਠੀ ਕੀਤੀ, ਮੰਦਿਰ ਬਣਾ ਲਿਆ। ਮੰਦਿਰ ਤੇ ਬਣਾ ਲਿਆ ਤਾਂ ਪੰਡਿਤ ਕੋਈ ਪਿੰਡ ਦੇ ਵਿੱਚ ਹੈ ਨਾ ਉਹਨਾਂ ਦੇ ਕੋਲ। ਫਿਰ ਉਹ ਤੁਰ ਪਏ, ਉਹਨਾਂ ਨੇ ਪੱਥਰ ਲੈਣ ਜਾਣੇ ਸੀ ਪਹਾੜਾਂ ਦੇ ਇਲਾਕੇ ਦੇ ਵਿੱਚ। ਤੇ ਉੱਥੇ ਸੋਚਿਆ, ਗੱਲਬਾਤ ਕੀਤੀ। ਉਹ ਕਹਿੰਦੇ ਕਿ ਛੋਟਾ ਜਿਹਾ ਪਿੰਡ ਸੀ ਇੱਕ ਉੱਥੇ, ਕਿ ਸਾਡੇ ਪੰਡਤ ਜੀ ਹੈ ਵੀ ਸੰਸਕ੍ਰਿਤ ਵੀ ਜਾਣਦੇ ਆ ਤੇ ਪੂਜਾ ਪਾਠ ਕਰਾਉਣੀ, ਉਹਨਾਂ ਨੂੰ ਨਾਲ ਲੈ ਜਾਓ। ਉਹਨਾਂ ਨੂੰ ਸਾਰੀਆਂ ਵਿਧੀਆਂ ਆਉਂਦੀਆਂ ਨੇ, ਅਰਦਾਸ ਵੀ ਕਰਨਗੇ, ਪੂਜਾ ਪਾਠ ਵੀ ਕਰਨਗੇ, ਪੂਰੀ ਕਰਨਗੇ। ਤੇ ਪੰਡਤ ਅਜੇ ਸੀਗਾ ਵੀ ਜੰਗ ਹੀ। ਉਹਨਾਂ ਨੇ ਗੱਲ ਕੀਤੀ। ਉਹ ਕਹਿੰਦੇ ਵੀ ਦੇਖੋ, ਅਸੀਂ ਛੋਟਾ ਜਿਹਾ ਪਿੰਡ ਹੈ ਸਾਡੇ ਮੰਦਿਰ ਹੈ, ਤੁਹਾਡੇ ਰਹਿਣ ਦਾ ਇੰਤਜ਼ਾਮ ਹੈ ਉੱਥੇ, ਅਸੀਂ ਮਤਲਬ ਘਰ ਬਣਾਇਆ ਹੈ, ਤੇ ਬਾਕੀ ਉੱਥੇ ਪਿੰਡ ਦੇ ਲੋਕੀ ਖਾਣ ਪੀਣ ਲਈ ਤੁਹਾਨੂੰ ਕੋਈ ਕਮੀ ਨਹੀਂ ਹੋਣ ਦਿੰਦੇ, ਪਰ ਤਨਖਾਹ ਕੋਈ ਨਹੀਂ ਹੈ। ਇਹ ਨਾ ਦੇਖੋ ਵੀ ਤਨਖਾਹ ਵੀ ਦੇਣੀ ਹੈ ਅਸੀਂ। ਉਹ ਕਹਿੰਦੇ ਕੋਈ ਜੰਗ ਬੰਦਾ ਸੀ। ਉਹਨੇ ਸੋਚਿਆ ਕੋਈ ਗੱਲ ਨਹੀਂ, ਤਾਜ਼ੀ ਸ਼ਾਦੀ ਹੋਈ ਹੈ, 2 ਜਾਣੇ ਚੱਲ ਜਾਂਦੇ ਆ। ਤੇ ਪੰਡਤਾਣੀ ਇਸ ਗੱਲ ਤੋਂ ਖੁਸ਼ ਬਈ ਮੈਨੂੰ ਰੋਟੀ ਨਹੀਂ ਬਣਾਉਣੀ ਪੈਣੀ। ਹਾਂਜੀ, ਪਿੰਡ ਦੇ ਲੋਕੀ ਦੇ ਜਾਂਦੇ ਆ। ਕਦੇ ਕਿਸੇ ਨੇ ਪਟਵਾਰੀਆਂ ਦੇ ਘਰੋਂ ਆ ਗਈ, ਕਦੇ ਲੰਬੜਾਂ ਦੇ ਘਰੋਂ ਆ ਗਈ, ਕਦੇ ਸਰਪੰਚ ਦੇ ਘਰੋਂ ਆ ਗਈ। ਸ਼ਰਧਾ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਪਕਵਾਨ, ਖੀਰ ਪਕੌੜੇ ਨਾਲ। ਹਾਂਜੀ, ਉਹਨਾਂ ਨੇ ਆ ਕੇ ਸ਼ੁਰੂ ਕਰ ਦਿੱਤਾ। ਫਿਰ ਥੋੜੇ ਜਿਹੇ ਪੈਸੇ ਵੀ ਚਾਹੀਦੇ ਹੁੰਦੇ ਆ। ਪਿੰਡ ਦੇ ਲੋਕਾਂ ਨੇ ਕਦੇ ਰਾਮਾਇਣ ਪੜ੍ਹਾ ਲਈ ਉਹਨਾਂ ਤੋਂ, ਕਦੇ ਹਨੂਮਾਨ ਚਾਲੀਸਾ ਪੜ੍ਹਾ ਲਈ। ਤਾਂ ਉਹਨਾਂ ਨੇ ਫਿਰ ਦਛਣਾ ਦੇਣੀ ਥੋੜ੍ਹੀ ਜਿਹੀ, ਕੋਈ ਕੱਪੜੇ ਦੇਣੇ, ਨਾਲ $1 ਰੁਪਈਆ ਦੇ ਦਿੱਤਾ। ਉਹਨਾਂ ਦਾ ਗੁਜ਼ਾਰਾ ਹੋਣ ਲੱਗ ਪਿਆ। ਤੇ ਬੱਚੇ ਹੋ ਗਏ, ਬੱਚਿਆਂ ਨੂੰ ਪਿੰਡ ਦੇ ਸਕੂਲ 'ਚ ਪੜ੍ਹਾਉਣ ਲੱਗ ਪਏ। ਤੇ ਬੱਚਿਆਂ ਨੂੰ ਇਹ ਵੀ ਮੌਜ ਲੱਗੀ ਸੀ ਕਿ ਫਲ ਫਰੂਟ ਲੋਕੀ ਜਿਹੜਾ ਚੜਾ ਜਾਂਦੇ ਉੱਥੇ, ਤੇ ਹਰ ਤਰ੍ਹਾਂ ਦਾ ਪਕਵਾਨ ਮਿਲ ਜਾਂਦੇ ਉਹਨੂੰ। ਇਸ ਗੱਲ ਦੀ ਵੀ ਬੜੀ ਮੌਜ ਮਸਤੀ, ਭਾਵੇਂ ਤਨਖਾਹ ਸੀ ਜਾਂ ਨਹੀਂ। ਦੂਜੀ ਇੱਜ਼ਤ ਬਹੁਤ ਵੱਡੀ ਗੱਲ ਹੈ। ਪੰਡਤ ਜੀ ਜਿੱਧਰ ਨੂੰ ਜਾਂਦੇ ਆ ਉਹਨਾਂ ਨੂੰ ਪੰਡਤ ਜੀ ਕਰਕੇ ਬੁਲਾਉਂਦੇ ਉਹਨਾਂ ਨੂੰ। ਹਾਂਜੀ, ਸਾਰੇ ਪਿੰਡ ਦੇ ਵਿੱਚ ਉਹਨਾਂ ਦੀ ਇੱਜ਼ਤ ਹੁੰਦੀ ਜੀ। ਫਿਰ ਉਹਨਾਂ ਨੇ ਸੋਚਿਆ, ਥੋੜੇ ਜਿਹੇ ਉਹਨਾਂ ਦੇ ਵੱਡਾ ਮੁੰਡਾ ਜਿਹੜਾ ਜਦੋਂ 11-12 ਸਾਲਾਂ ਦਾ ਹੋਇਆ, ਬਈ ਹੋ ਸਕਦਾ ਇਹ ਪੜ੍ਹਾਈ ਕਰਕੇ ਇੱਥੋਂ ਚਲਾ ਜਾਵੇ, ਪਰ ਪਤਾ ਵੀ ਕੋਈ ਨਹੀਂ ਹੁੰਦਾ। ਪਿਓ ਨੂੰ ਫਿਕਰ ਸੀ ਕਿ ਮੈਂ ਆਪਣਾ ਕਮ ਸੇ ਕਮ ਜੋ ਮੈਂ ਜਾਣਦਾ ਇਹਨੂੰ ਸਿਖਾ ਤਾਂ ਦੇਵਾਂ ਜੀ। ਉਹਨਾਂ ਨੇ ਕਿਹਾ ਵੀ ਇਹ ਮੰਦਿਰ ਦੇ ਵਿੱਚ ਇਹਨੂੰ ਨਾਲ ਬਿਠਾ ਲਿਆ ਕਰੂੰਗਾ, ਪਰ ਇਹਨੂੰ ਬਾਹਰ ਨੀਂਦੇ ਵੀ ਖਾਣੇ ਆਉਣੇ ਚਾਹੀਦੇ ਨਾ। ਹਾਂਜੀ, ਲੋਕਾਂ ਦੇ ਜਾਣਾ ਪੈਂਦਾ। ਕੁਦਰਤੀ ਗੱਲ ਉਹਨਾਂ ਦਿਨਾਂ ਦੀ ਸ਼ਰਾਧ ਸੀ, ਔਰ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਪੰਡਤਾਂ ਦਾ ਬੜਾ ਸੂਤ ਹੁੰਦਾ। ਹਾਂਜੀ, ਕਿ ਲੋਕੀ ਸ਼ਰਾਧ ਕਰਦੇ ਕਿ ਸਾਡੇ ਪੁਰਖਾਂ ਨੂੰ ਖਾਣਾ ਮਿਲੇ, ਉਹਨਾਂ ਨੂੰ ਕੱਪੜੇ ਦਿੰਦੇ ਆ। ਤੇ ਉਹ ਪਹਿਲਾਂ ਹੀ ਸ਼ਰਾਧ ਸੀ। ਤੇ ਰਾਹ ਦੇ ਵਿੱਚ ਮੁੰਡੇ ਨਾਲ ਗੱਲ ਕਰਦੇ ਆਪਣੇ ਨਾਲ ਵੀ ਦੇਖ, ਆਪਾਂ ਚੱਲੇ ਆ ਸ਼ਰਾਧ ਖਾਣ, ਤੇ ਇਹਨਾਂ ਦਿਨਾਂ ਦੇ ਵਿੱਚ ਚੰਗਾ ਚੋਖਾ ਬਣਾਇਆ ਹੁੰਦਾ ਲੋਕਾਂ ਨੇ। ਸੋ ਇਸ ਕਰਕੇ ਪੂਰੀਆਂ ਜਦੋਂ ਆਉਣੀਆਂ ਆ, ਪੂਰੀਆਂ 2 ਤੋਂ ਵੱਧ ਨਹੀਂ ਖਾਣੀਆਂ। ਉਸ ਤੋਂ ਬਾਅਦ ਖੀਰ ਤੇ ਪ੍ਰਸ਼ਾਦ, ਉਹ ਤੇ ਜਰਾ ਜ਼ੋਰ ਲਾਉਣਾ। ਖਾਣ ਪੀਣ ਦੀ ਵਿਧੀ ਵੀ ਸਮਝਾਤੀ, ਖਾਣ ਪੀਣ ਦਾ ਵੀ ਸਿਖਾ ਲੈਣਾ ਪੈਂਦਾ ਨਾ ਬੱਚਿਆਂ ਨੂੰ। ਹਾਂਜੀ, ਤੇ ਉਹ ਕਹਿੰਦਾ ਜੀ ਪਿਤਾ ਜੀ ਜਿੱਦਾਂ ਤੁਸੀਂ ਕਹਿੰਦੇ ਉਦਾਂ ਹੀ ਕਰਾਂਗੇ, ਤੁਹਾਡਾ ਤਜਰਬਾ ਹੈ। ਉਹ ਚਲੇ ਗਏ, ਉਹਨਾਂ ਨੇ ਜਾ ਕੇ ਹੱਥ ਧੋਤੇ, ਮੂੰਹ ਧੋਤਾ ਤੇ ਬਹਿ ਗਏ ਖਾਣਾ ਖਾਣ। ਉਹਨਾਂ ਸੱਚੀ ਪੂਰੀਆਂ ਬਣਾਈਆਂ ਸੀ। ਪੂਰੀਆਂ ਲਿਆਂਦੀਆਂ, ਇੱਕ
ਮੁੰਡੇ ਨੇ ਪੰਡਤ ਜੀ ਵੀ ਖਾਈ ਜਾਣ, ਮੁੰਡੇ ਨੇ ਇੱਕ ਪੂਰੀ ਖਾਧੀ ਤੇ ਪਾਣੀ ਦਾ ਘੁੱਟ ਭਰ ਲਿਆ। ਪੰਡਤ ਨੇ ਇੱਕ ਥੱਪੜ ਛੱਡਿਆ ਜ਼ੋਰ ਨਾਲ ਉਹਦੇ ਕੰਨ ਤੇ। ਹੁਣ ਮੁੰਡਾ ਕੀ ਕਹੇ, ਉੱਥੇ ਕਿਸੇ ਦੇ ਘਰ ਗਏ, ਪਿਓ ਨੇ ਮਾਰਿਆ ਥੱਪੜ। ਹਾਂਜੀ। ਤੇ ਉਹ ਜਰ ਗਿਆ ਵਿਚਾਰਾ, ਚੁੱਪ ਕਰਕੇ ਬੈਠਾ ਰਿਹਾ। ਇਸੇ ਤਰ੍ਹਾਂ ਦੂਜੀ ਪੂਰੀ ਆਈ, ਫੇਰ ਪਾਣੀ ਦਾ ਘੁੱਟ ਪੀ ਲਿਆ। ਪੰਡਤ ਨੇ ਉਦੋਂ ਤਾਂ ਨਹੀਂ ਕੁਛ ਕਿਹਾ। ਜਦੋਂ ਬਾਹਰ ਨੂੰ ਤੁਰ ਕੇ ਆ ਗਏ, ਅਖੀਰ ਦੇ ਵਿੱਚ ਪੂਜਾ ਪਾਠ ਕਰਕੇ ਆਏ, ਬਾਹਰ ਦੇ ਵਿੱਚ ਘਰ ਨੂੰ ਜਾ ਰਹੇ, ਵਾਪਸ ਮੰਦਰ ਆ ਰਹੇ, ਤੇ ਉਹ ਕਹਿੰਦਾ, ਮੁੰਡਾ ਕਹਿੰਦਾ, ਪਿਤਾ ਜੀ ਤੁਸੀਂ ਮੇਰੇ ਥੱਪੜ ਕਿਉਂ ਮਾਰਿਆ ਸੀ? ਹਾਂਜੀ। ਹੁਣ ਤਾਂ ਪੁੱਛ ਹੀ ਸਕਦਾ, ਕੱਲਾ ਹੈ। ਦੇਖੋ ਤੁਸੀਂ ਉਹਦੇ ਦਿਮਾਗ ਦੇ ਵਿੱਚ ਕਿੰਨਾ ਟਾਈਮ ਤੇ ਸਵਾਲ ਘੁੰਮ ਰਿਹਾ ਹੋਣਾ ਕਿ ਉਹਨੇ ਕੁਝ ਗੁਨਾਹ ਤਾਂ ਕੀਤਾ ਨਹੀਂ, ਪਾਣੀ ਵੀ ਪੀਤਾ ਸੀ। ਕਿਉਂਕਿ ਉਹਦਾ ਕੰਨ ਅਜੇ ਵੀ ਸਾਂ ਕਰਦਾ ਸੀ। ਉਹ ਕਹਿੰਦਾ, ਓਏ ਬੇਵਕੂਫਾ, ਤੈਨੂੰ 36 ਵਾਰੀ ਮੈਂ ਦੱਸਾਂ, ਕਿਸੇ ਦੇ ਜਦੋਂ ਖਾਣਾ ਖਾਣ ਜਾਈਦਾ ਹੁੰਦਾ, ਪਾਣੀ ਤਾਂ ਇੱਥੇ ਖੂਹ ਦੇ ਵਿੱਚ ਬਹੁਤ ਪਿਆ ਹੈ, ਆਪਣੇ ਮੰਦਿਰ ਦੇ ਵਿੱਚ ਖੂਹ ਆ, ਖਾਣਾ ਖਾਈਦਾ ਹੁੰਦਾ, ਪਾਣੀ ਨਹੀਂ ਪੀਦਾ ਹੁੰਦਾ। ਉਹ ਕਹਿੰਦਾ, ਮੁੰਡਾ ਕਹਿੰਦਾ, ਪਾਪਾ ਜੀ, ਕਹਿੰਦਾ ਤੁਸੀਂ ਹੈ ਤਾਂ ਉਮਰ 'ਚ ਮੈਨੂੰ ਵੱਡੇ ਆ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ, ਜੇ ਤੁਸੀਂ ਥੋੜਾ ਜਿਹਾ ਖਾਣਾ ਖਾਣ ਤੋਂ ਬਾਅਦ ਇੱਕ ਘੁੱਟ ਭਰ ਲਓ ਤਾਂ ਉਹਨਾਂ ਤਹਿ ਲੱਗ ਜਾਂਦੀ ਹੈ। ਉਹ ਨਾ ਫਿਰ ਜ਼ਿਆਦਾ ਖਾ ਸਕਦੇ ਹੋ ਤੁਸੀਂ। ਉਹਨਾਂ ਨੇ ਇੱਕ ਹੋਰ ਛੱਡਿਆ ਉਹਦੇ ਦੂਜੇ ਕੰਨ ਤੇ। ਉਹ ਕਹਿੰਦਾ, ਤੁਸੀਂ ਕੁੱਟੀ ਜਾਂਦੇ ਮੈਨੂੰ, ਵੀ ਇਹ ਕੀ ਗੱਲ ਹੋਈ, ਅੱਗੇ ਮਾਰ ਚੁੱਕੇ, ਹੁਣ ਮਾਰ ਚੁੱਕੇ। ਪੰਡਤ ਕਹਿੰਦਾ, ਇਹ ਗੱਲ ਮੈਨੂੰ ਤੂੰ ਉੱਥੇ ਖਾਣਾ ਖਾਂਦੇ ਨੂੰ ਕਿਉਂ ਨਹੀਂ ਦੱਸੀ? ਥੋੜਾ ਜਿਹਾ ਹੋਰ ਖਾ ਲੈਂਦੇ। ਦੇਖੋ ਤੁਸੀਂ ਵੀ ਪੰਡਿਤ ਨੂੰ ਮੁੰਡੇ ਨੇ ਦੱਸੀ ਤਹਿ ਲਾਉਣ ਵਾਲੀ ਗੱਲ। ਤਹਿ ਲਾਉਣ ਦੀ ਗੱਲ ਦੇਖ ਲਓ, ਮੁੰਡੇ ਨੂੰ ਪਤਾ ਸੀ, ਪੰਡਤ ਜੀ ਨੂੰ ਨਹੀਂ, ਇਹ ਗੱਲ ਪਤਾ ਹੀ ਨਹੀਂ। ਪੰਡਿਤ ਜੀ ਸੋਚਦੇ ਹੋਣੇ ਮੈਂ ਤਾਂ ਐਵੇਂ ਇੰਨੇ ਸਾਲ ਕੱਢ ਦਿੱਤੇ, ਐਵੇਂ ਇੰਨੇ ਸਾਲ ਨਹੀਂ ਤਾਂ ਹੋਰ ਕੌਲੀ ਚੌਲਾਂ ਦੀ ਖਾ ਲੈਂਦਾ। ਹਾਂਜੀ। ਤੇ ਉਹ ਘਰ ਨੂੰ ਆਏ, ਘਰ ਨੂੰ ਆ ਕੇ ਚਲੋ ਹੌਲੀ ਹੌਲੀ ਬੱਚੇ ਵੱਡੇ ਹੁੰਦੇ ਗਏ, ਉਹਨਾਂ ਨੂੰ ਸਿਖਾਲਦੇ ਵੀ ਰਹੇ ਵੀ ਜੇ ਇਨ ਕੇਸ ਜੇ ਨਾ ਪੜ੍ਹਿਆ ਤੇ ਕਮ ਸੇ ਕਮ ਪੰਡਤ ਤਾਂ ਬਣ ਜਾਊਗਾ ਨਾ। ਹਾਂਜੀ। ਇਹਨੂੰ ਖਾਣਾ ਪੀਣਾ ਆ ਜਾਊਗਾ, ਇਹਨੂੰ ਪੂਜਾ ਪਾਠ ਆ ਜਾਊਗੀ, ਜੋ ਵੀ ਧਰਮ ਦੇ ਨਾਲ ਜੁੜੀਆਂ ਚੀਜ਼ਾਂ ਸਾਡੀਆਂ ਇਹ ਕਰੂਗਾ। ਪਰ ਬਦਕਿਸਮਤੀ ਜਿੱਦਾਂ ਸਾਡੇ ਪਿੰਡਾਂ ਦੇ ਵਿੱਚ ਹੁੰਦੀ ਹੈ, ਬੱਚੇ ਕਾਲਜ ਚਲ ਗਏ, ਕਾਲਜ ਦੇ ਵਿੱਚੋਂ ਕਾਲਜ ਤੋਂ ਬਾਅਦ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਸ਼ਹਿਰ ਦੇ ਵਿੱਚ, ਤੇ ਸ਼ਹਿਰ ਦੇ ਵਿੱਚ ਹੀ ਉਹ ਰਹਿ ਗਏ। ਤੇ ਪੰਡਤ ਤੇ ਪੰਡਤਾਣੀ ਉਹ ਕਹਿੰਦੇ ਹੁੰਦੇ ਆ, ਤੁਲਸੀ ਦਾ ਸਾ ਭੋਲਿਆ, ਰਹਿ ਗਏ ਬੁੱਢੀ ਤੇ ਤੂੰ। ਉਹ ਦੋਏ ਜਾਣੇ ਰਹਿ ਗਏ। ਹੁਣ ਉਮਰ ਵੀ ਜ਼ਿਆਦਾ ਹੋ ਗਈ। ਹਾਂਜੀ। ਉਮਰ ਜ਼ਿਆਦਾ ਹੋ ਗਈ ਜਦੋਂ, ਤੇ ਕਮੇਟੀ ਵਾਲਿਆਂ ਨੇ ਫੈਸਲਾ ਕੀਤਾ ਬੈਠ ਕੇ ਕਿ ਪੰਡਤ ਜੀ ਹੁਣ ਬੁੱਢੇ ਹੋ ਗਏ, ਹੁਣ ਇਹਨਾਂ ਦੇ ਵਿੱਚ ਉਹ ਦਮ ਨਹੀਂ ਰਿਹਾ ਜਿਹੜਾ ਪਹਿਲਾਂ ਹੁੰਦਾ ਸੀ। ਹਾਂਜੀ। ਜਿੱਦਾਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਕਿ ਹਨੂਮਾਨ ਨੂੰ ਆਦੇਸ਼ ਦਿੱਤਾ ਜ਼ੋਰ ਨਾਲ ਜੀ, ਤੇ ਹੁਣ ਇਹ ਗੱਲ ਬਿਲਕੁਲ ਹੌਲੀ ਕਰਦੇ, ਹੁਣ એનર્ਜੀ ਨਹੀਂ ਹੈਗੀ ਪਹਿਲਾਂ ਵਾਲੀ ਨਹੀਂ। ਤੇ ਨਾਲੇ ਪੀੜ੍ਹੀ ਵੈਸੇ ਬਦਲ ਗਈ। ਹੁਣ ਜਿਹੜੀ ਨਵੀਂ ਪੀੜ੍ਹੀ ਆ ਉਹ ਚਾਹੁੰਦੇ ਆ ਕਿ ਹਿੰਦੀ ਫਿਲਮਾਂ ਵਾਲੀਆਂ ਟਿਊਨਾਂ ਕੱਢੀਆਂ ਜਾਣ, ਮਾਡਰਨ ਟਿਊਨਸ, ਤੇ ਇਹਨਾਂ ਨੂੰ ਕੁਛ ਆਉਂਦਾ ਨਹੀਂ। ਹਾਂਜੀ। ਪੰਡਤ ਨੂੰ ਉਹਨਾਂ ਨੇ ਫੈਸਲਾ ਕੀਤਾ ਕਿ ਇੱਕ ਯੰਗ ਨੌਜਵਾਨ ਪੰਡਤ ਹੋਰ ਲਿਆਂਦਾ ਜਾਵੇ। ਉਹਨਾਂ ਨੇ ਗਏ ਬਾਹਰ, ਕਿਤੇ ਹੋਰ ਪੰਡਤ ਮਿਲ ਗਿਆ, ਉਹ ਸੰਸਕ੍ਰਿਤ ਦੀ ਪੜ੍ਹਾਈ ਕੀਤੀ ਉਹਨੇ। ਉਹ ਕਹਿੰਦਾ ਵੀ ਮੈਂ ਆ ਜਾਣਾ। ਉਹ ਕਹਿੰਦੇ ਵੀ ਸਾਡੀ ਆਹੀ ਕੰਡੀਸ਼ਨ ਹੈ ਵੀ ਸਾਨੂੰ ਤਨਖਾਹ ਨਹੀਂ ਦਿੰਦੇ ਹੁੰਦੇ, ਪਰ ਉੱਥੇ ਖਾਣ ਪੀਣ ਨੂੰ ਬਹੁਤ ਕੁਛ ਹੈ। ਉਹ ਕਹਿੰਦਾ ਬਸ ਮੈਨੂੰ ਇਹੀ ਕੁਛ ਚਾਹੀਦਾ ਹੁੰਦਾ, ਰਹਿਣ ਲਈ ਤੇ ਖਾਣ ਪੀਣ, ਰਹਿਣ ਲਈ ਤੇ ਖਾਣ ਲਈ ਤੇ ਇੱਜ਼ਤ ਹੈਗੀ। ਹਾਂਜੀ। ਹੋਰ ਕੁਛ ਚਾਹੀਦਾ ਨਹੀਂ ਸਾਨੂੰ। ਤੇ ਉਹ ਨਾਲ ਹੀ ਫਿਰ ਦੱਸਣਾ ਪੈਣਾ ਸੀ ਬੁੱਢੇ ਪੰਡਤ ਨੂੰ, ਪੰਡਤ ਜੀ ਵੀ ਅਗਲੀ ਸੰਗਰਾਂਦ ਤੋਂ ਪਹਿਲਾਂ ਆਪਣਾ ਬਿਸਤਰਾ ਚੱਕ ਲਿਓ, ਇੱਥੋਂ ਗੋਲੀ ਬਿਸਤਰ ਇਕੱਠਾ ਕਰ ਲਓ, ਕਰ ਦਿਓ ਇਕੱਠਾ। ਹੁਣ ਪੰਡਤ ਜੀ ਨੂੰ ਪੈ ਗਿਆ ਫਿਕਰ। ਹਾਂਜੀ। ਕਿ ਨਾ ਤਾਂ ਪੈਨਸ਼ਨ ਆ, CPP ਲਈ ਵੀ ਅਪਲਾਈ ਨਹੀਂ ਕਰ ਸਕਦਾ। ਹਾਂਜੀ। ਤੇ ਨਾ ਹੀ ਕੋਈ ਧਨ ਜੋੜਿਆ। ਅੱਛਾ, ਫਿਰ ਉਹ ਭਗਵਾਨ ਜਿਹੜੀ ਮੂਵੀ ਆ ਉਹ ਚੇਤੇ ਆਉਣ ਲੱਗ ਪਈ ਵੀ ਬੱਚਿਆਂ ਨੇ 2 ਦਿਨ ਮੈਨੂੰ ਰੱਖਣਾ, 2 ਦਿਨ ਇਹਨੂੰ ਰੱਖਣਾ, ਕਿੱਥੇ ਰੁਲਦੇ ਫਿਰਾਂਗੇ। ਡਿਵਾਈਡ ਕਰ ਦੇਣਾ ਅਖੀਰਲੀ ਉਮਰ ਚ ਆ ਕੇ ਅਲੱਗ ਕਰ ਦੇਣਾ। ਅਖੀਰਲੀ ਉਮਰ ਚ ਆ ਕੇ ਇਹਨਾਂ ਨੂੰ ਪਾਣੀ ਦੇਣਾ ਮੁਸ਼ਕਲ ਹੋ ਜਾਂਦਾ। ਹਾਂਜੀ। ਕਿ ਜਿਹੜੇ ਪਿੰਡੋਂ ਉੱਠ ਕੇ ਆਏ ਸੀ ਉੱਥੋਂ ਹੁਣ ਕੋਈ ਵਾਹ ਵਾਸਤਾ ਹੀ ਨਹੀਂ ਹੈ ਸਾਡਾ, ਤੇ ਇੱਥੇ ਪਿੰਡ ਦੇ ਵਿੱਚ ਕੋਈ ਘਰ ਨਹੀਂ, ਕੋਈ ਘਾਟ ਨਹੀਂ, ਵੀ ਬੜੀ ਮੁਸ਼ਕਲ ਹੋ ਗਈ ਹੈ। ਉਹਨਾਂ ਨੇ ਮਨ ਦੇ ਵਿੱਚ ਸੋਚਿਆ ਵੀ ਚਲੋ ਹੁਣ ਆਈ ਗਈ ਆਫਤ ਤੱਕ ਕੀ ਕਰ ਸਕਦੇ ਹਾਂ। ਉਹਨਾਂ ਨੇ ਸ਼ਾਮ ਨੂੰ ਸੋਚਿਆ ਕਿ ਭਗਵਾਨ ਦੀ ਸਾਰੀ ਉਮਰ ਸੇਵਾ ਕਰਦਾ ਰਿਹਾ
ਤੇ ਇਹਨਾਂ ਤੋਂ ਪੂਜਾ ਪਾਠ ਤੋਂ ਬਾਅਦ ਅਰਦਾਸ ਦੇ ਉਹਨਾਂ ਨੇ ਇੱਕ ਆਪਣੇ ਲਈ ਅਰਦਾਸ ਸ਼ੁਰੂ ਕਰਤੀ। ਸ਼ੰਕਰ ਭਗਵਾਨ ਨੂੰ ਰੋਜ਼ ਹੀ ਕਹਿਣਾ ਕਿ ਮੈਨੂੰ ਲਾਟਰੀ ਜਿਤਾ ਦੇ। ਲਾਟਰੀ ਲਈ ਬਈ ਦੇਖ ਲਾ, ਮੇਰੀ ਪੈਨਸ਼ਨ ਤਾਂ ਹੈ ਨਹੀਂ, ਸਾਰੀ ਉਮਰ ਤੇਰੀ ਸੇਵਾ ਕੀਤੀ ਆ, ਸਾਰੀ ਉਮਰ ਤੇਰੇ ਗੁਣ ਗਾਏ ਆ, ਤੂੰ ਹੁਣ ਆਪਣੇ ਭਗਤਾਂ ਦੀ ਗੱਲ ਤਾਂ ਕਰਨਾ। ਹਾਂਜੀ। ਤੂੰ ਇੱਥੇ ਦੇਖ ਲਾ ਰਾਵਣ ਵਰਗੇ ਬੰਦਿਆਂ ਨੂੰ ਪੈਸੇ ਦੇਈ ਫਿਰਦਾ ਲਾਟੋ ਤੇ ਹੁਣ ਬਸ ਇੱਕ ਛੋਟੀ ਜਿਹੀ ਗੱਲ ਕਰ ਮੇਰੀ ਵੀ ਲਾਟਰੀ ਜਿਤਾ। ਹਾਂਜੀ। ਉਹਨੇ ਸਵੇਰੇ ਤਕਾਲਾਂ ਇਹ ਅਰਦਾਸ ਨਾਲ ਜੋੜਨੀ ਸ਼ੁਰੂ ਕਰਤੀ। ਐਵਰੀਡੇ ਇੱਕ ਅਰਦਾਸ ਵੈਸੇ ਕਰਦੇ ਸੀ, ਇੱਕ ਅਰਦਾਸ ਤਾਂ ਬਾਕੀਆਂ ਲਈ ਕਰਦੇ ਸੀ, ਇੱਕ ਅਖੀਰ ਦੇ ਵਿੱਚ ਇਕੱਲੇ ਹੁੰਦੇ ਸੀ ਉੱਥੇ ਮੰਦਿਰ ਦੇ ਵਿੱਚ, ਤਾਂ ਉਹਨਾਂ ਨੇ ਫਿਰ ਇੱਕ ਅਰਦਾਸ ਆਪਣੇ ਲਈ ਕਰਨੀ ਤੇ ਭਗਵਾਨ ਲਾਟਰੀ ਜ਼ਰੂਰ ਜਿਤਾ ਦੇ। ਇਹੀ ਮੇਰਾ ਹੁਣ ਆਖਰੀ ਤੁਹਾਨੂੰ ਅਰਜ਼ ਹੈ, ਕਿਉਂਕਿ ਇਹੀ ਤਰੀਕਾ ਆ 4 ਦਿਨ ਸੁੱਖ ਦੇ ਕੱਟਣ ਦਾ। ਨਹੀਂ ਤਾਂ ਦੁੱਖ ਭੋਗਣਾ ਪੈਣਾ ਤੇਰੇ ਭਗਤ ਨੂੰ। ਹਾਂਜੀ। ਮੈਂ ਤੇਰੀ ਸੇਵਾ ਕੀਤੀ, ਉਹ ਫਿਰ ਥੋੜਾ ਜਿਹਾ ਰੋਹ ਵੀ ਪਾਉਂਦਾ ਸੀ ਨਾ ਭਗਵਾਨ ਤੇ, ਗੁੱਸਾ ਦਿਖਾਉਂਦਾ ਹੋਣਾ। ਦੇਖ ਲਾ ਇੰਨੀ ਉਮਰ ਲਾਤੀ ਤੇਰੀਆਂ ਸਿਫਤਾਂ ਕਰਦੇ ਨੂੰ, ਇੰਨੀ ਉਮਰ ਹੋ ਗਈ ਤੇਰੀ ਪੂਜਾ ਪਾਠ ਕਰਦੇ ਨੂੰ, ਹੁਣ ਤਾਂ ਮਾੜਾ ਜਿਹਾ ਕੁਛ ਕਰ। ਕਹਿੰਦਾ ਹੋਣਾ ਕਿ ਮੈਂ ਲੋਕਾਂ ਦੇ ਲਈ ਇੰਨੀਆਂ ਅਰਦਾਸਾਂ ਕੀਤੀਆਂ, ਤੇਰੇ ਕੋਲੇ ਇੰਨੀ ਸ਼ਰਧਾ ਜੋੜੀ। ਲੋਕਾਂ ਲਈ ਵੀ ਕੀਤੀਆਂ, ਆਪ ਕੀਤੀਆਂ, ਦਿਨੇ ਰਾਤ। ਕਹਿੰਦਾ ਇੱਥੇ ਸਵੇਰ ਨੂੰ ਉੱਠ ਕੇ ਪਹਿਲਾਂ ਇੱਥੇ ਤੇਰੇ ਕੋਲ ਹੀ ਆਉਣਾ। ਹਾਂਜੀ। ਰੱਬ ਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ ਸ਼ਿਵ ਜੀ ਨੂੰ। ਉਹਨਾਂ ਨੇ ਕਰਦੇ ਕਰਦੇ ਸੰਗਰਾਂਦ ਵਾਲਾ ਦਿਨ ਆ ਗਿਆ ਤੇ ਉਸ ਦਿਨ ਫਿਰ ਉਹਨੂੰ ਬੋਰੀ ਬਿਸਤਰਾ ਚੱਕਣਾ ਪੈਣਾ ਸੀ। ਹਾਂਜੀ। ਤੇ ਉਸ ਦਿਨ ਫਿਰ ਜ਼ਿਆਦਾ ਖਿੱਚ ਗਿਆ ਥੋੜਾ ਜਿਹਾ, ਉਹ ਗਿਆ ਮੰਦਿਰ ਦੇ ਵਿੱਚ। ਲੋਕੀ ਫਿਰ ਉੱਥੋਂ ਬਾਹਰ ਚਲ ਗਏ ਜਦੋਂ ਆਪਣੀ ਅਰਦਾਸ ਕਰਨੀ ਸੀ। ਅੱਜ ਫਿਰ ਉਸ ਦਿਨ ਅਰਦਾਸ ਨਹੀਂ ਉਹਨੇ ਕੀਤੀ, ਉਹਨੇ ਗਾਲਾਂ ਹੀ ਕੱਢੀਆਂ ਜਿੱਦਾਂ ਯੂਕਰੇਨੀਅਨ ਐਡਵਾਈਜ਼ਰ ਨੇ ਕੱਢੀਆਂ ਸੀ ਨਾ ਵੈਸਟਰਨ ਯੂਰਪ ਨੂੰ। ਹਾਂਜੀ। ਉਹ ਕਹਿੰਦਾ ਭਗਵਾਨ ਤੂੰ ਵੀ ਐਵੇਂ ਹੀ ਆ, ਤੇਰੀ ਸਾਰੀ ਉਮਰ ਜਿਹੜੀ ਸੇਵਾ ਕੀਤੀ ਉਹ ਖੂਹ ਚ ਪਈ। ਹਾਂਜੀ। ਤੂੰ ਬਿਲਕੁਲ ਝੂਠ ਬੋਲਣ ਵਾਲੇ ਦੇ ਨਾਲ ਖੜਾ। ਮੈਂ ਤੈਨੂੰ ਇੱਕ ਹੀ ਅਰਦਾਸ ਕੀਤੀ ਸੀ ਨਾ, ਮੇਰੀ ਲਾਟਰੀ ਜਿਤਾ ਦੇ। ਤੂੰ ਉਹ ਵੀ ਮੇਰੀ ਇੱਕ ਗੱਲ ਨਹੀਂ ਸਾਰੀ ਉਮਰ ਚ ਪੁੱਛ ਮੰਨੀ। ਤੂੰ ਕਿਹੋ ਜਿਹਾ ਭਗਵਾਨ ਹੈ? ਤੂੰ ਕੁਛ ਕਰ ਵੀ ਸਕਦਾ ਕਿ ਐਵੇਂ ਬੋਲਾ ਬਣ ਕੇ ਬੈਠਾ ਇੱਥੇ? ਹਾਂਜੀ। ਉਹ ਗਾਲਾਂ ਗੂਲਾਂ ਕੱਢੀਆਂ 5-7, ਗੁੱਸੇ ਹੋਇਆ ਥੋੜਾ ਜਿਹਾ, ਮਨ ਹਲਕਾ ਕੀਤਾ ਤੇ ਮੁੜ ਕੇ ਜਦੋਂ ਘਰ ਨੂੰ ਆਉਣ ਲੱਗਾ ਤੇ ਅਜੇ ਮੰਦਿਰ 'ਚ ਹੀ ਖੜਾ ਸੀ, ਉੱਪਰੋਂ ਆਵਾਜ਼ ਆਈ, ਪੰਡਤ ਜੀ ਨੇ ਇੱਕਦਮ ਲੱਤਾਂ ਇੱਕ ਲੱਤ ਤੇ ਖੜ ਗਏ। ਉਹਨੇ ਸੋਚਿਆ ਵੀ ਭਗਵਾਨ ਨੇ ਗੱਲ ਸੁਣ ਲਈ, ਗਾਲਾਂ ਸੁਣ ਲਈਆਂ ਤੇ ਇਹਨੂੰ ਲੱਗਾ ਗੁੱਸਾ, ਹੁਣ ਲੱਗੂ ਕਲਾਸ ਤੇ ਹੁਣ ਮੇਰੀ ਲੱਤ ਤੋੜੂਗਾ। ਇਹ ਵੀ ਖਤਰਾ ਹੈ ਨਾ ਭਗਵਾਨ, ਜੇ ਭਗਵਾਨ ਦੀ ਕਰੋਪੀ ਵੀ ਮਾੜੀ ਆ ਨਾ। ਹਾਂਜੀ ਹਾਂਜੀ। ਭਗਵਾਨ ਦੀ ਦਇਆ ਵੀ ਚੰਗੀ ਆ ਪਰ ਕਰੋਪੀ ਮਾੜੀ ਆ ਜੀ, ਵੀ ਇਹਨੇ ਹੁਣ ਗੁੱਸਾ ਕਰਕੇ ਕੁਛ ਮੈਨੂੰ ਕਰਨਾ। ਤੇ ਫਿਰ ਉਹ ਬਦਲ ਗਿਆ ਥੋੜਾ ਜਿਹਾ, ਕਹਿੰਦਾ ਭਗਵਾਨ ਵੀ ਗਲਤੀ ਹੋ ਗਈ ਥੋੜੀ ਜਿਹੀ, ਟੋਨ ਚੇਂਜ ਕਰ ਲਈ। ਵੈਸੇ ਤਾਂ ਮੈਂ ਅੱਜ ਵੀ ਤੇਰਾ ਭਗਤ ਹੀ ਹਾਂ, ਤੇਰੀਆਂ ਸਿਫਤਾਂ ਕਰਦਾ, ਕੋਈ ਗੱਲ ਨਹੀਂ। ਗੁੱਸੇ ਦੇ ਵਿੱਚ ਥੋੜਾ ਜਿਹਾ ਕਹਿ ਹੋ ਗਿਆ। ਮੇਰਾ ਵੈਸੇ ਬਲੱਡ ਪ੍ਰੈਸ਼ਰ ਵੀ ਅੱਜ ਕੱਲ੍ਹ ਜ਼ਿਆਦਾ ਹੈ, ਇਹ ਮੈਨੂੰ ਡਾਕਟਰ ਨੇ ਕਿਹਾ ਸੀ, ਵੈਦ ਵੀ ਕਹਿੰਦੇ ਸੀ ਬਲੱਡ ਪ੍ਰੈਸ਼ਰ ਤੇਰਾ ਜ਼ਿਆਦਾ ਆ, ਕਈ ਵਾਰੀ ਤੈਨੂੰ ਗੁੱਸਾ ਆ ਜਾਂਦਾ। ਉਹ ਬਹਾਨੇ ਘੜਨ ਲੱਗ ਪਿਆ ਭਗਵਾਨ ਦੇ ਨਾਲ, ਡਰ ਦੇ ਅੱਗੇ ਚੁੱਪ ਕਰਕੇ ਫੇਰ ਮੁੜਨ ਲੱਗਾ ਤੇ ਫੇਰ ਉੱਤੋਂ ਆਵਾਜ਼ ਆਈ। ਉਹ ਕਹਿੰਦੇ ਪੰਡਤ ਗੱਲ ਸੁਣ, ਤੂੰ ਕਮ ਸੇ ਕਮ ਲਾਟਰੀ ਦਾ ਟਿਕਟ ਤਾਂ ਖਰੀਦ ਲਾ। ਹੁਣ ਤੁਹਾਨੂੰ ਤਾਂ ਹੀ ਕੁਛ ਮਿਲੂਗਾ ਜੇ ਕੁਛ ਕਰੋਗੇ। ਹਾਂਜੀ। ਉਹਨੇ ਕਦੇ ਲਾਟਰੀ ਦਾ ਟਿਕਟ ਖਰੀਦਿਆ ਨਹੀਂ ਤਾਂ ਰੋਜ਼ ਹੀ ਆ ਕੇ ਗਾਲਾਂ ਕੱਢਣ ਲੱਗ ਪਿਆ, ਅਰਦਾਸ ਕਰਨ ਲੱਗ ਗਿਆ, ਅਰਦਾਸ ਕਰਦਾ ਸੀ ਤੇ ਗੁੱਸਾ ਕਰਨ ਲੱਗ ਪਿਆ। ਹਾਂਜੀ। ਤੁਸੀਂ ਕੁਛ ਕਰੋਗੇ ਤਾਂ ਫੇਰ ਹੀ ਕੁਛ ਹਾਸਲ ਹੋਊਗਾ। ਰੱਬ ਵੀ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦੇ ਆ। ਆਪਣੇ ਇੱਕ ਕਹਾਵਤ ਹੈ ਨਾ, ਕਹਿੰਦੇ ਹੁੰਦੇ ਆ ਵੀ ਅੰਨੇ ਦੇ ਪੈਰ ਦੇ ਥੱਲੇ ਬਟੇਰਾ ਆ ਗਿਆ। ਹਾਂਜੀ। ਨਾ ਅੰਨਾ ਵੀ ਕੋਈ ਜੇ ਬਾਹਰ ਤੁਰਿਆ ਫਿਰੂਗਾ ਤਾਂ ਉਹਦੇ ਪੈਰ ਦੇ ਥੱਲੇ ਬਟੇਰਾ ਆਊਗਾ। ਹਾਂਜੀ। ਜੇ ਉਹ ਸੋਫੇ ਤੇ ਬੈਠਾ ਆਊਗਾ ਤਾਂ ਬਟੇਰਾ ਬਾਹਰੋਂ ਆ ਕੇ ਤਾਂ ਉਹਦੇ ਪੈਰਾਂ ਦੇ ਥੱਲੇ ਬਣ ਹੋ ਰਿਹਾ। ਜੀ ਬਿਲਕੁਲ, ਕੁਛ ਨਾ ਕੁਛ ਕਰਨ ਦੀ ਲੋੜ ਆ। ਜੀ ਬਿਲਕੁਲ ਡਾਕਟਰ ਸਾਹਿਬ, ਕਹਾਣੀ ਤੁਸੀਂ ਬਹੁਤ ਜ਼ਿਆਦਾ ਵਧੀਆ ਸੁਣਾਈ ਆ। ਹੁਣ ਇਹਦਾ ਸਿੱਟਾ ਇਹ ਆ ਵੀ ਜੇ ਅਸੀਂ ਕੁਛ ਮੰਗਣਾ ਆ ਭਗਵਾਨ ਤੋਂ ਤੇ ਕੁਛ ਕਰਨਾ ਵੀ ਆ। ਹਾਂਜੀ। ਕੁਛ ਕਰੋ, ਉਹਦਾ ਫਲ ਤੁਹਾਨੂੰ ਜ਼ਰੂਰ ਮਿਲੂਗਾ। ਜੀ ਬਿਲਕੁਲ।
ਦੇਰ ਕਹਿੰਦੇ ਹੋਏ ਦੇਰ ਨਾ ਮਿਲੂਗਾ, ਕਹਿੰਦੇ ਰੱਬ ਦੇ ਘਰ 'ਚ ਦੇਰ ਆ ਅੰਧੇਰ ਨਹੀਂ, ਦੇਰ ਆ ਅੰਧੇਰ ਨਹੀਂ। ਹਾਂਜੀ, ਉਹ ਤਾਂ ਪੰਡਿਤ ਨੂੰ ਵੀ ਦੱਸ ਦਿੱਤਾ ਹੈ ਕਿ ਦੇਰ ਆ ਅੰਧੇਰ ਨਹੀਂ, ਮਿਲੂਗੀ ਲੋਟਰੀ ਪਰ ਟਿਕਟ ਤਾਂ ਖਰੀਦ। ਜੀ ਬਿਲਕੁਲ ਸਹੀ। ਟਿਕਟ ਤੋਂ ਬਿਨਾਂ ਆਪਣੇ ਆਪ ਤੁਹਾਨੂੰ ਲੋਟਰੀ ਮਿਲਣੀ ਨਹੀਂ। ਦੇਖੋ ਹੁਣ ਕਈ ਲੋਕੀ ਜਾ ਕੇ ਅਰਦਾਸਾਂ ਕਰਦੇ ਰਹਿੰਦੇ ਆ ਹਨਾ, ਜਿਹੜੇ ਵੀ ਧਰਮ 'ਚ ਉਹਨਾਂ ਦੀ ਸ਼ਰਧਾ ਹੁੰਦੀ ਆ ਬਈ ਕੋਈ ਐਗਜ਼ਾਮਪਲ ਕੋਈ ਸਟੂਡੈਂਟ ਕਹਿ ਦੇ ਕਿ ਮੇਰਾ ਐਗਜ਼ਾਮ ਪਾਸ ਹੋ ਜਾਵੇ, ਪਰ ਉਹ ਤਾਂ ਹੀ ਹੋਊਗਾ ਜੇ ਉਹ ਪੜ੍ਹਾਈ ਕਰੂਗਾ, ਉਹਨੂੰ ਫੋਕਸ ਤਾਂ ਕਰਨਾ ਭਗਵਾਨ ਨੇ ਤਾਂ ਆ ਕੇ ਲਿਖਣਾ ਨਹੀਂ। ਹਾਂਜੀ ਬਿਲਕੁਲ, ਉਹ ਤਾਂ ਤੁਹਾਨੂੰ ਬਹੁਤ ਬੁੱਧੀ ਦਿੱਤੀ ਹੈ, ਉਹਦੇ ਹਿਸਾਬ ਦੇ ਨਾਲ ਤੁਸੀਂ ਪਾਸ ਕਰਨਾ ਹੈ। ਹਾਂਜੀ, ਤੇ ਹੁਣ ਸੁਣਾਓ ਸਾਨੂੰ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਬਿਲਕੁਲ, ਅੱਜ ਦਾ ਵਿਚਾਰ ਹੈ ਬੱਚਾ ਜੋ ਨਹੀਂ ਕਹਿੰਦਾ ਮਾਂ ਨੂੰ ਪਤਾ ਹੁੰਦਾ ਹੈ। ਬਿਲਕੁਲ। ਤੇ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ, ਸਾਨੂੰ ਦੱਸਣਾ ਜ਼ਰੂਰ। स्टूडियो का नंबर है जी 604 592 91 91 6045929191। तुसी सानू साडे सोशल मीडिया हैंडल्स ते मैसेज भी करके दस सकते हो। फेसबुक, ट्विटर ते इंस्टाग्राम है रेडियो इंडिया 1110 दे नाम हेठ। डेली न्यूज़ अपडेट दे लई भी सानू साडे सोशल मीडिया हैंडल्स ते फॉलो जरूर करना। जेकर किसी कारण करके तुसी प्रोग्राम मिस कर लिया होवे तां तुसी यह प्रोग्राम दोबारा तो साडे सोशल मीडिया ते जाके सुन सकते हो, साडे यूट्यूब चैनल ते जाके सुन सकते हो जो रेडियो इंडिया 1110 दे नाम हेठ है। प्रोग्राम च साथ देने लई बहुत बहुत शुक्रिया।